जापान रीच श्योर 100% वीज़ा 6 ਲੱਖ ਇਨਕਲੂਡਿੰਗ ਟਿਕਟ। ਮੈਂ ਜਦ ਉੱਥੇ ਪਹੁੰਚਿਆ ਜਾਪਾਨ ਪਹੁੰਚਣ ਤੋਂ ਬਾਅਦ ਤਾਂ ਉਹਨਾਂ ਨੇ ਇਮੀਗ੍ਰੇਸ਼ਨ ਨੇ ਮੈਨੂੰ ਰੋਕਿਆ, ਉਹਨਾਂ ਨੇ ਪਾਸਪੋਰਟ ਚੈੱਕ ਕੀਤਾ, ਉਹਨਾਂ ਨੇ ਚੈੱਕ ਕੀਤਾ, ਉਹਨਾਂ ਨੇ ਮੈਨੂੰ ਜਿਹੜੀ ਸਾਈਡ ਤੇ ਲੈ ਗਏ। ਉਹਨਾਂ ਨੇ ਬਸ ਅੱਗੇ ਇੰਟਰਵਿਊ ਲੈਣਾ ਸ਼ੁਰੂ ਕੀਤਾ ਮੇਰਾ ਸਵੇਰ 7 ਵਜੇ ਤੋਂ ਲੈ ਕੇ ਉਹਨਾਂ ਨੇ 2 ਵਜੇ ਤੱਕ ਇੰਟਰਵਿਊ। ਕਿੰਨੇ ਜਾਪਾਨੀ ਨੇ ਤੁਹਾਨੂੰ ਘੇਰ ਲਿਆ? ਸਾਹਮਣੇ ਮੇਰੇ ਟੇਬਲ ਹੈ ਤੇ ਉਹ ਐ ਲੱਤਾਂ ਮਾਰਨੀਆਂ ਸ਼ੁਰੂ ਕਰਤੀਆਂ, ਉਹਨਾਂ ਨੇ ਮੈਨੂੰ ਐ ਧੱਕੇ ਦੇਣੇ ਸ਼ੁਰੂ ਕਰਤੇ ਵੀ ਮੈਨੂੰ ਐ ਫਿਰ ਮੇਰਾ ਦਿਮਾਗ ਘੁੰਮ ਗਿਆ, ਮੈਨੂੰ ਐ ਮੁਖ ਯਾਰ ਇਹ ਕੀ ਹੋ ਰਿਹਾ। ਤੁਸੀਂ ਬਿਲਕੁਲ ਜੈਨੂਇਨ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕੀਤੀ, ਕੋਈ ਇਨਲੀਗਲ ਪ੍ਰੋਸੈਸ ਕੁਝ ਨਹੀਂ ਸੀ ਉਹਦੇ? ਇਕੱਲਾ ਉੱਪਰ ਬੈਠਾ ਔਰ ਮੈਂ ਬੈਠਾ ਸੋਚ ਰਿਹਾ ਕਿ ਵੀ ਆਪਾਂ ਕੈਸੇ ਬੰਦੇ ਥੇ, ਕਿੱਥੇ ਆ ਗਏ। ਅੱਜ ਇਹ ਹਾਲ ਹੋ ਗਿਆ ਕਿ ਤੁਹਾਡੇ ਕੋਲ ਤੁਹਾਡੀ ਜੇਬ 'ਚ ਦੁੱਧ ਲਈ ਵੀ ਪੈਸੇ ਨਹੀਂ ਹੈਗੇ। ਮੈਨੂੰ ਫੋਨ ਦੇਖ ਕੇ ਡਰ ਲੱਗਦਾ था ਵੀ ਮੈਂ ਯਾਰ ਕੀ ਜਵਾਬ ਦੇਵਾਂ, ਕੀ ਕਹਾਂ। ਮੇਰਾ ਜੀ ਕਰਦਾ ਵੀ ਯਾਰ ਕੁਛ ਕਰ ਲੈ। बस मैं होटल च बैठा, कुंडी ला के होटल च बैठे। मैं दिल्ली उतर के या छाल मार दूँ या मर जूँ, कुछ कर लूँगा मैं कि मैं अपने घर नहीं वापस जाना। ਸਤਿ ਸ਼੍ਰੀ ਅਕਾਲ ਜੀ, ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਇੰਨੇ ਦਿਨੀ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇੱਕ ਹੋੜ ਹੈ ਵਿਦੇਸ਼ ਜਾ ਕੇ ਸੈਟਲ ਹੋਣ ਦੀ। ਅਜਿਹੀ ਹੋੜ ਜਿਸ ਹੋੜ ਨੂੰ, ਜਿਸ ਚਾਹਤ ਨੂੰ ਪੂਰਾ ਕਰਨ ਲਈ ਪੰਜਾਬ ਦਾ ਨੌਜਵਾਨ ਕਿਸੇ ਵੀ ਹੱਦ ਤੱਕ ਜਾ ਸਕਦਾ ਹੈ, ਚਾਹੇ ਕੈਨੇਡਾ ਹੋਵੇ, ਅਮਰੀਕਾ ਹੋਵੇ ਜਾਂ ਫਿਰ ਜਾਪਾਨ। ਹਰੇਕ ਪਾਸੇ ਜਾਣ ਦੇ ਲਈ ਜਿਹੜਾ ਇਸ ਵੇਲੇ ਦਾ ਨੌਜਵਾਨ ਵਰਗ ਹੈ ਉਹ ਤਰਲੋ ਮੱਛੀ ਹੋਇਆ ਪਿਆ। ਸਾਡੇ ਨਾਲ ਅੱਜ ਤੁਹਾਡੇ ਨਾਲ ਇੱਕ ਮੁਲਾਕਾਤ ਅਜਿਹੇ ਨੌਜਵਾਨ ਦੀ ਕਰਵਾ ਰਹੇ ਹਾਂ ਜਿਨ੍ਹਾਂ ਦੇ ਨਾਲ ਇੱਕ ਵੱਡੀ ਠੱਗੀ ਵੱਜੀ ਹੈ, ਔਰ ਉਸ ਠੱਗੀ ਵੱਜਣ ਤੋਂ ਬਾਅਦ ਜ਼ਿੰਦਗੀ ਦੇ ਹਾਲਾਤ ਕਿਹੋ ਜਿਹੇ ਹੁੰਦੇ ਨੇ ਔਰ ਕਿਹੋ ਜਿਹਾ ਮਾਨਸਿਕ ਦਬਾਅ ਹੈ ਜਿਹੜਾ ਜ਼ਿੰਦਗੀ ਨੂੰ ਲੈ ਕੇ ਵਿਸ਼ੇਸ਼ ਕਰਕੇ ਪੀੜਤ ਪਰਿਵਾਰ ਔਰ ਪੀੜਤ ਵਿਅਕਤੀ 'ਤੇ ਹੁੰਦਾ। ਅੱਜ ਕਹਾਣੀ ਤੁਹਾਨੂੰ ਸੁਣਾਉਂਦੇ ਹਾਂ ਕਿ ਟਰੈਵਲ ਏਜੰਟਾਂ ਨੇ ਜਿਹੜਾ ਕਾਰੋਬਾਰ ਇਸ ਵੇਲੇ ਪੰਜਾਬ ਦੇ ਵਿੱਚ ਛੇੜਿਆ ਹੋਇਆ, ਠੱਗੀ ਠੋਰੀ ਦਾ, ਧੋਖਾਧੜੀ ਦਾ, ਕਿਸ ਤਰੀਕੇ ਨਾਲ ਉਸ ਤੋਂ ਬਾਅਦ ਜਿਹੜੀ ਜ਼ਿੰਦਗੀ ਆ ਉਹ ਬਰਬਾਦ ਹੋ ਜਾਂਦੀ ਹੈ। ਅੱਜ ਸਾਡੇ ਨਾਲ ਮਲੇਰਕੋਟਲਾ ਦੇ ਰਹਿਣ ਵਾਲੇ ਮੁਹੰਮਦ ਸ਼ਮਸ਼ਾਦ ਨੇ, ਜਿਹੜੇ ਕਿ ਜਾਪਾਨ ਗਏ ਸੀ। ਜਾਪਾਨ ਏਅਰਪੋਰਟ ਦੇ ਉੱਤੇ ਉਹਨਾਂ ਨਾਲ ਕੀ ਹੋਇਆ, ਕਿਸ ਤਰੀਕੇ ਨਾਲ ਉਹਨਾਂ ਦੀ ਜ਼ਿੰਦਗੀ ਨੂੰ ਵੱਡਾ ਧੱਕਾ ਲੱਗਿਆ, ਸਾਰੀ ਗੱਲਬਾਤ ਉਹਨਾਂ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ। ਸ਼ਮਸ਼ਾਦ, ਹਕੀਕਤ ਟੀਵੀ ਪੰਜਾਬੀ ਤੇ ਬਹੁਤ ਬਹੁਤ ਸਵਾਗਤ ਹੈ। ਹਾਂਜੀ ਬਾਈ ਜੀ, ਸ਼ੁਕਰੀਆ। ਅੱਛਾ, ਸਭ ਤੋਂ ਪਹਿਲਾ ਸਵਾਲ ਇਹੋ ਹੈ ਸ਼ਮਸ਼ਾਦ, ਤੁਸੀਂ ਇੱਥੇ ਐਡਾ ਵਧੀਆ ਕਾਰੋਬਾਰ ਸੀ ਤੁਹਾਡਾ, ਬੜੀ ਵਧੀਆ ਤੁਹਾਡੀ ਦੁਕਾਨ ਇੱਥੇ ਚੱਲ ਰਹੀ ਸੀ, ਲੇਕਿਨ ਹੁਣ ਜਿਹੜੇ ਹਾਲਾਤ ਨੇ ਬਿਲਕੁਲ ਸੈਪਰੇਟ, ਬਿਲਕੁਲ ਅਲੱਗ ਹੋ ਚੁੱਕੇ ਨੇ। ਕੀ ਹੋਇਆ? ਜਾਪਾਨ ਤੁਸੀਂ ਜਾਣ ਦੀ ਕੋਸ਼ਿਸ਼ ਕੀਤੀ, ਫਿਰ ਕੈਨੇਡਾ ਵੀ ਤੁਹਾਨੂੰ ਪਹੁੰਚਾਉਣ ਦੀ ਕੋਸ਼ਿਸ਼ ਕੀਤੀ, ਪਰ ਹਾਲਾਤ ਕੀ ਬਣੇ? ਐਕਚੁਅਲੀ ਮੇਰਾ ਉਰੇ ਕੰਮ ਅੱਛਾ ਸੀ, ਸੈਟਲ ਸੀ ਕੰਮ, ਬਿਲਕੁਲ ਸਹੀ ਸੀ। ਅਤੇ ਥੋੜ੍ਹਾ ਜਿਹਾ ਉਸ ਟਾਈਮ ਨੋਟਬੰਦੀ ਤੋਂ ਬਾਅਦ ਕੰਮ 'ਤੇ ਬਹੁਤ ਜ਼ਿਆਦਾ ਫਰਕ ਪਿਆ। ਹਰ ਇੱਕ ਦੇ ਕੰਮ 'ਤੇ ਹੀ ਪ੍ਰਭਾਵ ਪਿਆ, ਛੋਟੇ ਕਾਰੋਬਾਰੀਆਂ 'ਤੇ ਬਹੁਤ ਜ਼ਿਆਦਾ ਪਿਆ। ਅਤੇ ਕੰਮ ਦਾ ਜਿਹੜਾ ਸਿਲਸਿਲਾ ਬਹੁਤ ਹੱਦ ਤੱਕ ਰੁਕ ਗਿਆ, ਜਿਹਦੀ ਵਜ੍ਹਾ ਕਰਕੇ ਮੈਂ ਸੋਚਿਆ ਕਿ ਯਾਰ ਨਾਲ ਕੁਛ ਕੀਤਾ ਜਾਵੇ ਜਾਂ ਮੈਂ ਕਿਤੇ ਚਲਾ ਜਾਵਾਂ ਅਤੇ ਥੋੜ੍ਹੀ ਜਿਹੀ ਘਰ ਦੀ ਸੈਟਿੰਗ, ਕੰਮ ਦੀ ਸੈਟਿੰਗ ਕੋਈ ਹੋਰ ਕਰ ਲਈਏ। ਕੁਛ ਟਾਈਮ ਬਾਅਦ ਬੰਦਾ ਸੋਚਦਾ ਹੀ ਹੈ, ਹਰ ਬੰਦਾ ਆਪਣੇ ਪਰਿਵਾਰ ਲਈ ਸੋਚਦਾ। ਅਤੇ ਉਸ ਦੌਰਾਨ ਹੀ ਮੇਰੇ ਕੋਲ ਗਰੇਵਾਲ ਚੌਂਕ ਦੇ ਵਿੱਚੋਂ ਮੁਹੰਮਦ ਮੁਸ਼ਤਾਕ ਟਰੈਵਲ ਏਜੰਟ ਐਲ ਮੁਜੀਬ ਦੇ ਨਾਮ 'ਤੇ, ਅਤੇ ਉਹਨੇ ਬਾਅਦ 'ਚੋਂ ਮੇਕ ਮਾਈ ਵੇ ਦੇ ਨਾਮ 'ਤੇ ਆਫਿਸ ਕੀਤਾ। ਉਹ ਮੇਰੇ ਕੋਲ ਆਉਂਦਾ ਸੀ ਅਤੇ ਆਪਣੇ ਸਟਾਫ ਲਈ ਜੁੱਤੀਆਂ ਵਗੈਰਾ ਆਪਣੇ ਘਰਦਿਆਂ ਲਈ ਲੈਣ ਆਉਂਦਾ ਸੀ। ਮੇਰੀ ਉਹਦੇ ਨਾਲ ਗੱਲਬਾਤ ਹੋਈ, ਉਹ ਮੈਨੂੰ ਮੇਰੇ ਕੋਲ ਯਾਨੀ ਤਕਰੀਬਨ ਮਹੀਨੇ ਦੇ ਵਿੱਚ ਕਈ ਚੱਕਰ ਲਗਾਉਂਦਾ ਸੀ। ਅਤੇ ਉਹ ਚੱਕਰ ਲਗਾਉਂਦਾ ਹੋਇਆ ਇੱਕ ਦਿਨ ਉਹਨੇ ਮੈਨੂੰ ਦੱਸਿਆ ਕਿ ਇਸ ਤਰ੍ਹਾਂ ਜਾਪਾਨ ਦੇ ਵਿੱਚ ਵਰਕ ਪਰਮਿਟ ਇਸ਼ੂ ਹੁੰਦਾ ਹੈ ਅਤੇ ਉਹਦੇ ਵਿੱਚ 2.5 ਤੋਂ 3 ਲੱਖ ਰੁਪਈਆ ਬਣਦਾ ਹੈ। ਮੈਨੂੰ ਇਹ ਚੀਜ਼ 'ਤੇ ਭਰੋਸਾ ਨਹੀਂ ਸੀ। ਮਹੀਨੇ ਦਾ 2.5 ਤੋਂ 3 ਲੱਖ ਰੁਪਏ ਸੈਲਰੀ ਬਣਦੀ ਹੈ, ਉਹਦਾ ਕਹਿਣ ਦਾ ਭਾਵ ਇਹ ਸੀ। ਜੀ ਫਿਰ ਤਾਂ ਹਰ ਬੰਦਾ ਸੋਚਦਾ ਹੀ ਹੈ ਕਿ ਹਾਂ ਚਲੋ ਯਾਰ ਸੈਟਲ ਹੋ ਜਾਵਾਂਗੇ। ਤਾਂ ਮੈਨੂੰ ਇਸ ਗੱਲ 'ਤੇ ਇੰਨਾ ਫੇਥ ਨਹੀਂ ਸੀ। ਮੈਂ ਬਲਕਿ ਆਪਣੇ ਇੱਕ ਦੋਸਤ ਆ ਮੇਰੇ, ਤਨਵੀਰ ਸ਼ੇਖ, ਮੈਂ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਉਹ ਪਹਿਲਾਂ ਹੀ ਜਾਪਾਨ ਰਹਿ ਚੁੱਕੇ ਸੀ। ਉਹ ਕਹਿੰਦੇ ਵੀ ਅਗਰ ਤੇਰਾ ਬੰਦ ਹੈ, ਵਰਕ ਪਰਮਿਟ ਮਿਲ ਰਿਹਾ, ਐਕਚੁਅਲ 'ਚ ਵਰਕ ਪਰਮਿਟ ਮਿਲ ਰਿਹਾ ਤਾਂ ਅੱਛੀ ਬਾਤ ਹੈ, ਜੈਨੂਅਨ ਹੈ। ਅਗਰ ਤੈਨੂੰ ਕਿਸੇ ਹੋਰ ਚੀਜ਼ ਦੇ ਥਰੂ ਗੇਟ ਪੇਜ ਪਾ ਕੇ ਲੈ ਕੇ ਜਾਂਦੇ ਆ ਫਿਰ ਠੀਕ ਨਹੀਂ ਹੈ। ਤਾਂ ਮੈਂ ਉਹਦੇ ਨਾਲ, ਤੁਸੀਂ ਬਿਲਕੁਲ ਜੈਨੂਅਨ ਤਰੀਕੇ ਨਾਲ ਜਾਣ ਦੀ ਕੋਸ਼ਿਸ਼ ਕੀਤੀ, ਕੋਈ ਇਨਲੀਗਲ ਪ੍ਰੋਸੈਸ ਕੁਝ ਨਹੀਂ ਸੀ ਉਹਦੇ 'ਚ? ਨਹੀਂ, ਕੁਝ ਨਹੀਂ। ਮੈਂ ਕੋਈ ਆਪਣੀ ਤਰਫ ਤੋਂ ਮੈਂ ਕੋਈ ਇਲੀਗਲ ਪ੍ਰੋਸੈਸ ਕਰਨਾ ਹੀ ਨਹੀਂ ਚਾਹੁੰਦਾ ਸੀ। ਅਤੇ ਉਹਨਾਂ ਨਾਲ ਮੇਰੀ ਜਦ ਗੱਲ ਹੋਈ, ਉਹਨਾਂ ਨੇ ਮੈਨੂੰ ਕਿਹਾ ਕਿ ਅਸੀਂ ਤੁਹਾਨੂੰ ਟਿਕਟ ਵਿੱਚ ਦੇਵਾਂਗੇ, 6 ਲੱਖ ਰੁਪਈਆ ਲੱਗੂਗਾ ਅਤੇ ਤੁਹਾਡੀ ਉੱਥੇ 3 ਲੱਖ ਰੁਪਈਆ, 2.5 ਲੱਖ ਰੁਪਈਆ ਸੈਲਰੀ ਹੋਊਗੀ। ਤਾਂ ਮੈਂ ਉਸ ਦੌਰਾਨ ਹਾਂ ਕਰਤੀ ਅਤੇ ਉਸ ਦੌਰਾਨ ਹੀ ਮੈਂ ਆਪਣੇ ਬੈਂਕ ਤੋਂ ਕੁਛ ਪੈਸੇ ਵਿਆਜ ਦੇ ਤੌਰ 'ਤੇ ਲਿੱਤੇ। ਅਤੇ ਉਹ ਪੈਸੇ ਜਦ ਮੈਂ ਲਿੱਤੇ, ਉਹਦੇ ਵਿੱਚੋਂ ਹੀ ਮੈਂ ਉਹਨੂੰ 3 ਲੱਖ ਬਾਈ ਹੈਂਡ ਆਪਣੀ ਦੁਕਾਨ 'ਤੇ ਹੀ ਦਿੱਤਾ, ਮੌਜੂਦ 2 ਬੰਦਿਆਂ ਦੇ ਵਿੱਚ ਹੀ। ਇੱਕ ਮੇਰਾ ਦੋਸਤ ਬੈਠਾ ਸੀ ਸ਼ਬੀਰ ਆਪਣੇ ਬਖਸ਼ੀ ਸਾਹਿਬ, ਇੱਕ ਤਨਵੀਰ ਸ਼ੇਖ ਜੀ ਵੀ ਉਰੇ ਬੈਠੇ ਸੀ, ਉਹਨਾਂ ਦੀ ਮੌਜੂਦਗੀ 'ਚ ਹੀ ਮੈਂ ਪੈਸੇ ਦਿੱਤੇ।
ਉਹਨੂੰ ਆਪਣਾ ਪਾਸਪੋਰਟ ਦਿੱਤਾ, ਫੋਟੋਕਾਪੀਆਂ ਉਹ ਫੋਟੋ ਦਿੱਤੀਆਂ ਆਪਣੀਆਂ ਪਾਸਪੋਰਟ ਸਾਈਜ਼। ਤੇ ਉਸ ਤੋਂ ਬਾਅਦ ਮੈਂ ਉਹਨੂੰ ਪਤਾ ਕਰਦਾ ਰਿਹਾ ਵੀ ਵੀਜ਼ੇ ਬਾਰੇ, ਤੇ ਉਹਨੇ ਮੈਨੂੰ ਕੁਝ ਦੱਸਿਆ ਨਹੀਂ। ਯਾਨੀ ਤਕਰੀਬਨ ਉਹਨੇ 2 ਜਾਂ ਕਈ ਮਹੀਨੇ ਲਗਾਤੇ। ਉਸ ਤੋਂ ਬਾਅਦ ਜਦ ਮੇਰਾ ਵੀਜ਼ਾ ਆਇਆ ਉਹਨੇ ਮੈਨੂੰ ਕਾਪੀ ਪਾਈ, ਤਾਂ ਵੀਜ਼ਾ ਸਾਡਾ ਸੀਗਾ ਉਹ ਟੂਰਿਸਟ। ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਯਾਰ ਇਹ ਤਾਂ ਵਰਕ ਵੀਜ਼ਾ ਹੈ ਹੀ ਨਹੀਂ, ਤਾਂ ਟੂਰਿਸਟ ਵੀਜ਼ਾ ਹੈ। ਤਾਂ ਮੈਂ ਆਪਣੇ ਦੋਸਤਾਂ ਨਾਲ ਸਲਾਹ ਕਰੀ, ਉਹ ਕਹਿੰਦਾ ਵੀ ਕੋਈ ਗੱਲ ਨਹੀਂ, ਮੇਰੇ ਬੰਦੇ ਉੱਥੇ ਹੈਗੇ, ਅਸੀਂ ਸਭ ਸੈਟਲ ਆਊਟ ਕਰ ਲਾਂਗੇ, ਉੱਥੇ ਤੇਰਾ ਵਰਕ ਪਰਮਿਟ 'ਚ ਕਨਵਰਟ ਕਰਵਾ ਦਾਂਗੇ, ਮੇਰੇ ਬੰਦੇ ਆਣਗੇ ਤੈਨੂੰ ਲੈਣ, ਉਹ ਬੇਫਿਕਰ ਰਹੋ ਤੁਸੀਂ, ਅਸੀਂ ਉਹ ਸਾਡੀ ਹੈਡਿਕ, ਅਸੀਂ ਆਪਣੇ ਆਪ ਕਰਨਾ। ਚਲੋ ਮੈਂ ਘਰੇ ਮਸ਼ਵਰਾ ਕੀਤਾ, ਉਹ ਕਹਿੰਦੇ ਵੀ ਹੁਣ ਤਾਂ ਤੂੰ ਪੈਸੇ ਦੇ ਚੁੱਕਿਆ। ਤੇ ਉਸ ਵੇਲੇ ਤੱਕ ਤੁਸੀਂ ਕਹਿ ਰਹੇ ਹੋ ਕਿੰਨੇ ਪੈਸੇ ਦਿੱਤੇ ਸੀ ਤੁਸੀਂ? ਅਸੀਂ ਉਸ ਵੇਲੇ ਬਾਏ ਹੈਂਡ 3 ਲੱਖ ਦਿੱਤਾ ਸੀ। ਫਿਰ ਜਿਸ ਦਿਨ ਉਹਨੇ ਸਾਨੂੰ ਪਿਕ ਪਾਈ, ਉਹਨੇ ਨਾਲ ਦੇ ਨਾਲ ਸਾਡੇ ਤੋਂ ਡਿਮਾਂਡ ਕਰਨੀ ਸ਼ੁਰੂ ਕਰਤੀ ਪੈਸਿਆਂ ਦੀ। ਅਸੀਂ 3 ਲੱਖ ਰੁਪਈਆ, ਬਲਕਿ ਇਹ ਵੀ ਅੱਛਾ ਹੋਇਆ ਕਿ ਮੇਰੇ ਦੋਸਤ ਦੇ ਖਾਤੇ 'ਚੋਂ ਟ੍ਰਾਂਸਫਰ ਕਰੇ। ਮੇਰੇ ਕੋਲ ਨਹੀਂ ਸੀਗੇ ਪੈਸੇ ਉਸ ਟਾਈਮ, ਅਰੇਂਜ ਨਹੀਂ ਸੀਗੇ। ਮੈਂ ਔਨ ਦਾ ਸਪੋਟ ਜਦੋਂ ਜ਼ਿਆਦਾ ਹੀ ਕਹਿੰਦਾ ਅੱਜ ਹੀ ਕਰੋ, ਪ੍ਰੈਸ਼ਰ ਬਣਾਉਣ ਲੱਗ ਗਿਆ। ਮੈਂ ਇੱਕ ਦਿਨ ਦੇ ਵਿੱਚ ਮੇਰੇ ਦੋਸਤ ਨਾਲ ਗੱਲ ਕੀਤੀ, ਉਹਦੇ ਕੋਲ ਸੀਗੇ ਪੈਸੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਤੇਰੇ ਖਾਤੇ 'ਚੋਂ ਟ੍ਰਾਂਸਫਰ ਕਰ ਦੇ। ਉਹਨੇ RTGS ਉਹਦੇ ਖਾਤੇ 'ਚ ਟ੍ਰਾਂਸਫਰ ਕੀਤੇ ਪੈਸੇ। ਤੇ ਉਸ ਤੋਂ ਬਾਅਦ ਅਸੀਂ ਟਿਕਟ ਕਰਾਈ। ਉਹਨੇ ਜਦ ਟਿਕਟ ਮੈਂ ਕਰਾ ਲਈ, ਟਿਕਟ ਵੀ ਮੈਂ ਖੁਦ ਕਰਾਈ, ਉਹਨੇ ਟਿਕਟ ਨਹੀਂ ਦਿੱਤੀ ਮੈਨੂੰ। ਤੁਹਾਨੂੰ ਉਹਨੇ ਖੁਦ ਦੱਸਿਆ ਸੀ? ਤੁਸੀਂ ਇੱਕ WhatsApp ਮੈਸੇਜ ਵੀ ਦਿਖਾ ਰਹੇ ਸੀ ਕਿ ਉਹਦੇ ਵਿੱਚ ਵੀ ਉਹਨਾਂ ਨੇ ਬਕਾਇਦਾ ਪੂਰੇ ਸ਼ਹਿਰ ਦੇ ਵਿੱਚ ਡੰਕੇ ਦੀ ਚੋਟ ਤੇ ਜਿਹੜਾ ਆਪਣੀ ਮਸ਼ਹੂਰੀ ਕੀਤੀ ਸੀ। ਜੀ ਹਾਂਜੀ, ਉਹ ਉਹਨਾਂ ਨੇ WhatsApp ਤੇ ਬਿਲਕੁਲ ਦਿਖਾਇਆ ਸੀ, ਉਹ ਮੈਂ ਦਿਖਾ ਵੀ ਸਕਦਾ ਤੁਹਾਨੂੰ। ਤੇ ਉਹਨਾਂ ਨੇ ਕੀ ਕੀਤਾ ਕਿ ਉਹ ਐਡ ਪਾਈ ਮੈਨੂੰ, WhatsApp ਤੇ ਵੀ ਐਡ ਪਾਈ ਉਹਨਾਂ ਨੇ, ਔਰ ਵੈਸੇ ਵੀ ਉਹਨਾਂ ਨੇ ਜਿਵੇਂ ਆਪਾਂ ਸਟੇਟਸ ਲਗਾਉਂਦੇ ਹਾਂ WhatsApp ਤੇ, ਉਹ ਚੀਜ਼ ਲਗਾਈ ਵੀ ਅਸੀਂ 6 ਲੱਖ ਦੇ ਵਿੱਚ ਵੀਜ਼ਾ ਕਰਕੇ ਦੇਵਾਂਗੇ, ਸ਼ਾਰਟ ਵੀਜ਼ਾ ਕਰਾਂਗੇ। ਔਰ ਜੋ ਪੇਮੈਂਟ ਹੈ ਉਹਦੇ ਵਿੱਚ ਇਹ ਲਿਖਿਆ ਹੋਇਆ ਕਿ ਪੇਮੈਂਟ ਵੀ ਅਸੀਂ ਔਨ ਰੀਚ ਲਵਾਂਗੇ। ਇਹ ਆ ਦੇਖੋ, ਮੈਂ ਤੁਹਾਨੂੰ ਦਿਖਾ ਸਕਦਾ, ਜਾਪਾਨ ਰੀਚ ਸ਼ੋਰ 100% ਵੀਜ਼ਾ 6 ਲੱਖ ਇਨਕਲੂਡਿੰਗ ਟਿਕਟ, ਪੇਮੈਂਟ ਔਨ ਰੀਚ। ਠੀਕ ਹੈ, ਮਗਰ ਅਸੀਂ ਪੇਮੈਂਟ ਆਲਰੇਡੀ ਉਹਨੂੰ ਸਾਰੀ ਉਰੇ ਹੀ ਕਰਤੀ, ਯਾਨੀ ਆਲਰੇਡੀ ਪੇਮੈਂਟ ਉਰੇ ਹੀ ਦੇਤੀ ਜਾਣ ਤੋਂ ਪਹਿਲਾਂ ਹੀ। ਤਾਂ ਉਸਨੇ ਸਾਨੂੰ ਪਾਸਪੋਰਟ ਨਹੀਂ ਦਿੱਤਾ। ਯਾਨੀ ਉਹਨੇ ਮੈਨੂੰ ਕਿਹਾ ਕਿ ਟਿਕਟ ਵੀ ਤੁਸੀਂ ਕਰਾਓ। ਅਸੀਂ ਕਿਹਾ ਯਾਰ ਭਾਜੀ ਟਿਕਟ ਤੁਹਾਡੇ ਨਾਲ ਗੱਲ ਹੋਈ ਸੀ, ਟਿਕਟ ਤਾਂ ਦਿਓ, ਟਿਕਟ ਵੀ ਨਹੀਂ ਦਿੱਤੀ। ਚਲੋ ਸਾਨੇ ਟਿਕਟ ਕਰਾ ਲਈ। ਤੇ ਉਸ ਤੋਂ ਬਾਅਦ ਇੱਕ ਹੋਟਲ ਬੁੱਕ ਕਰ ਲਿਆ ਮੈਂ, ਆਪਣੇ ਦੋਸਤ ਦੇ ਇੱਕ ਕਾਰਡ ਤੋਂ ਹੋਟਲ ਬੁੱਕ ਕਰਿਆ ਮੈਂ, ਉਹ ਵੀ ਬਿਲਕੁਲ ਮੈਂ ਔਨ ਦਾ ਸਪੋਟ 에ਅਰਪੋਰਟ ਤੇ ਜਾ ਕੇ ਹੀ ਬੁੱਕ ਕਰਿਆ। ਜਦ ਉਹਦੇ ਵੱਲੋਂ ਮੈਨੂੰ ਕੁਝ ਨਹੀਂ ਮਿਲਿਆ ਤਾਂ ਰਾਤ ਨੂੰ ਉਹਨੇ ਜਾਣ ਲੱਗੇ ਮੈਨੂੰ ਪਾਸਪੋਰਟ ਜਦ ਦੇ ਤਾ, ਮੈਂ 에ਅਰਪੋਰਟ ਪਹੁੰਚ ਗਿਆ। ਉਸ ਤੋਂ ਬਾਅਦ ਉਹਨੇ ਮੈਨੂੰ ਫ਼ੋਨ ਤੇ ਇੱਕ ਹੋਟਲ ਬੁਕਿੰਗ ਭੇਜੀ, ਕਹਿੰਦਾ ਇਹ ਹੋਟਲ ਬੁਕਿੰਗ ਲੈ ਕੇ ਜਾ ਤੂੰ। ਔਰ ਉਹਨੇ ਕੀ ਕੰਮ ਕਰਿਆ, ਹੋਟਲ ਬੁਕਿੰਗ ਦੀਆਂ ਜਿਹੜੀ ਮੰਨ ਲਓ ਹੋਟਲ 1000 ਰੁਪਏ ਦਾ, ਆਪਾਂ ਉਸ ਹੋਟਲ ਨੂੰ ਉਹਨੇ 7000 ਦਾ ਬਣਾਤਾ, ਯਾਨੀ ਫਿਗਰਾਂ ਚੇਂਜ ਕਰਤੀ। ਇਸ ਚੀਜ਼ ਦਾ ਮੈਨੂੰ ਤਾਂ ਪਤਾ ਨਹੀਂ। ਮੈਂ ਉਹਨੂੰ ਪੁੱਛਿਆ ਵੀ ਇਹ ਇੱਕ ਮਹੀਨੇ ਹੋਟਲ ਬੁੱਕ ਕਰਿਆ ਇੰਨੇ ਦਾ, ਕਹਿੰਦਾ ਇੰਨੇ ਘੱਟ ਦਾ ਨਹੀਂ ਹੋਟਲ ਚੱਲਦੇ ਹੁੰਦੇ ਯਾਰ ਬਾਹਰ, ਤੁਹਾਨੂੰ ਕੀ ਪਤਾ ਇਹ ਉਹ। ਮੈਂ ਚਲੋ ਠੀਕ ਹੈ, ਮੈਂ ਚਲਾ ਗਿਆ। ਉਰੋਂ ਤਾਂ ਮੈਨੂੰ ਇੰਡੀਆ ਦੇ ਵਿੱਚੋਂ ਕੋਈ ਸਵਾਲ ਜਵਾਬ ਜ਼ਿਆਦਾ ਨਹੀਂ ਹੋਏ। ਮੈਂ ਜਦ ਉੱਥੇ ਪਹੁੰਚਿਆ ਜਾਪਾਨ ਪਹੁੰਚਣ ਤੋਂ ਬਾਅਦ ਤਾਂ ਇਹ ਉਹਨਾਂ ਨੇ ਇਮੀਗ੍ਰੇਸ਼ਨ ਨੇ ਮੈਨੂੰ ਰੋਕਿਆ, ਉਹਨਾਂ ਨੇ ਪਾਸਪੋਰਟ ਚੈੱਕ ਕੀਤਾ। ਤਾਂ ਹੋਟਲ ਬੁਕਿੰਗ ਉਹਨਾਂ ਨੇ ਕਨਫਰਮ ਕਰਨ ਲਈ ਉਹ ਕਾਲ ਵੀ ਕਰਦੇ ਆ, ਮੇਲ, ਉਹ ਸਭ ਕੁਝ ਚੈੱਕ ਕਰ ਲੈਂਦੇ ਆ, ਉਹਨਾਂ ਕੋਲ ਸਾਰਾ ਸਿਸਟਮ ਹੈ ਹੀ। ਇਸ ਚੀਜ਼ ਬਾਰੇ ਮੈਨੂੰ ਨਹੀਂ ਪਤਾ। ਉਹਨਾਂ ਨੇ ਚੈੱਕ ਕੀਤਾ, ਉਹਨਾਂ ਨੇ ਮੈਨੂੰ ਜਿਹਦੀ ਸਾਈਡ 'ਤੇ ਲੈ ਗਏ। ਉਹ ਕਹਿੰਦੇ ਵੀ ਹੋਟਲ ਤੇਰਾ ਜਿਹੜਾ ਹੈ ਵੀ ਇਹ ਤਾਂ ਬੈੱਡ ਸਿਸਟਮ ਹੋਟਲ ਹੈ, ਹੋਸਟਲ ਹੈ, ਹੋਟਲ ਹੈ ਹੀ ਨਹੀਂ, ਵੀ ਤੂੰ ਇੰਨੇ ਦਾ ਹੋਟਲ ਹੀ ਨਹੀਂ ਹੈ ਜਿੰਨੇ ਦੀ ਰਾਊਂਡ ਫਿਗਰ ਬਣਾਈ ਹੋਈ ਹੈ ਤੁਸੀਂ। ਫਿਰ ਉਸ ਤੋਂ ਬਾਅਦ ਜੀ ਉਹਨਾਂ ਨੇ ਬਸ ਅੱਗੇ ਇੰਟਰਵਿਊ ਲੈਣਾ ਸ਼ੁਰੂ ਕੀਤਾ ਮੇਰਾ। ਸਵੇਰ 7 ਵਜੇ ਤੋਂ ਲੈ ਕੇ ਉਹਨਾਂ ਨੇ 2 ਵਜੇ ਤੱਕ ਇੰਟਰਵਿਊ। ਕਿੰਨੇ ਜਾਪਾਨੀਆਂ ਨੇ ਤੁਹਾਨੂੰ ਘੇਰ ਲਿਆ? ਤਕਰੀਬਨ ਸਟਾਰਟਿੰਗ ਦੇ ਵਿੱਚ 2 ਬੰਦੇ ਸੀਗੇ, ਫਿਰ ਅੱਧੇ ਘੰਟੇ ਬਾਅਦ 4-5 ਬੰਦੇ ਹੋ ਗਏ ਮੇਰੇ ਆਲੇ ਦੁਆਲੇ। ਤੇ ਤੁਸੀਂ ਯਕੀਨ ਕਰੋ ਵੀ ਉਹਨਾਂ ਨੇ ਇਹ ਸਿਚੁਏਸ਼ਨ ਆ ਗਈ ਕਿ ਉਹ ਮੇਰੀ ਚੇਅਰ 'ਤੇ ਐਂ ਲੱਤਾਂ ਮਾਰ ਰਹੇ ਥੇ। ਮੈਂ ਚੇਅਰ 'ਤੇ ਬੈਠਾ, ਸਾਹਮਣੇ ਮੇਰੇ ਟੇਬਲ ਹੈ, ਅਤੇ ਉਹ ਐਂ ਲੱਤਾਂ ਮਾਰਨੀਆਂ ਸ਼ੁਰੂ ਕਰਤੀਆਂ। ਉਹਨਾਂ ਨੇ ਮੈਨੂੰ ਐਂ ਧੱਕੇ ਦੇਣੇ ਸ਼ੁਰੂ ਕਰਤੇ ਵੀ ਮੈਨੂੰ ਐਂ ਫਿਰ ਮੇਰਾ ਦਿਮਾਗ ਘੁੰਮ ਗਿਆ। ਮੈਨੂੰ ਐਂ ਮੈਂ ਕਿਹਾ ਯਾਰ ਇਹ ਕੀ ਹੋ ਰਿਹਾ। ਨਾ ਉਹਨਾਂ ਨੂੰ ਲੈਂਗੁਏਜ ਆਉਂਦੀ, ਇੰਗਲਿਸ਼ ਵੀ ਉਹਨਾਂ ਦੀ ਬਹੁਤ ਇੰਨੀ ਜ਼ਿਆਦਾ ਉਹ ਨਹੀਂ। ਉਹਨਾਂ ਨੇ ਫਿਰ ਟਰਾਂਸਲੇਟਰ ਲੱਤਾ, ਕੋਈ ਸਾਊਥ ਦਾ ਬੰਦਾ ਸੀ, ਉਹਨਾਂ ਨੇ ਇੰਗਲਿਸ਼ 'ਚ ਗੱਲ ਕੀਤੀ। ਫਿਰ ਉਹਨਾਂ ਨੇ ਮੈਨੂੰ ਪੁੱਛਿਆ, ਕਹਿੰਦੇ ਵੀ ਤੂੰ ਉਰੇ ਜਿਹੜੇ ਡਾਕੂਮੈਂਟ ਲਗਾਏ ਆ ਐਮਬੈਸੀ, ਤੂੰ ਉਹਦੇ ਵਿੱਚ ਤੇਰੇ ਕੋਲ ਜਿਹੜਾ ਲਾਇਸੈਂਸ ਹੈ, ਤੇਰੇ ਕੋਲ ਜਿਹੜਾ ਆਧਾਰ ਕਾਰਡ ਹੈ, ਉਹ ਤੇਰੇ ਜਿਹੜੀ ਨੈਸ਼ਨਲ ਆਈਡੈਂਟੀ ਹੈ ਉਹ ਤੇਰੀ ਮਲੇਰਕੋਟਲਾ ਦੀ ਹੈ, ਡਿਸਟ੍ਰਿਕਟ ਸੰਗਰੂਰ ਦੀ। ਮਗਰ ਤੂੰ ਉੱਥੇ ਜੋ ਡਾਕੂਮੈਂਟ ਦਿੱਤੇ ਉਹ ਦਿੱਤੇ ਤੂੰ ਬੈਂਗਲੌਰ ਦੇ, ਤੂੰ ਬੈਂਗਲੌਰ ਦਾ ਵਸਨੀਕ ਹੈ, ਤੂੰ ਬੈਂਗਲੌਰ। ਤੇ ਕਹਿੰਦੇ ਤੇਰਾ HR ਕੌਣ ਹੈ, ਤੇਰੀ ਸੈਲਰੀ ਕਿੰਨੀ ਹੈ, ਐਸੀਆਂ ਚੀਜ਼ਾਂ। ਯਾਨੀ ਮੇਰਾ ਦਿਮਾਗ ਘੁੰਮ ਗਿਆ। ਮੈਂ ਕਿਹਾ ਯਾਰ ਇਹ ਚੀਜ਼ਾਂ ਤਾਂ ਮੈਨੂੰ ਪਤਾ ਹੀ ਨਹੀਂ, ਕਿਉਂਕਿ ਇਹਨੇ ਮੈਨੂੰ ਦੱਸਿਆ ਹੀ ਨਹੀਂ ਵੀ ਕੀ ਡਾਕੂਮੈਂਟ ਲਗਾਏ। ਯਾਨੀ ਤਕਰੀਬਨ ਇਹਨਾਂ ਨੇ ਟੋਟਲੀ ਜਾਲੀ ਡਾਕੂਮੈਂਟ ਲਗਾਤੇ ਉੱਥੇ। ਤੇ ਉਹਨਾਂ ਨੇ ਮੈਨੂੰ ਕਿਹਾ ਵੀ ਇਹ ਬੱਚੇ ਤੂੰ ਇਹ ਸਮਝ ਵੀ ਤੇਰੀ ਕਿਸਮਤ ਅੱਛੀ ਹੈ। ਉਹਨਾਂ ਦਾ ਫਿਰ ਇੱਕ ਸੀਨੀਅਰ ਆਫੀਸਰ ਆਏ, ਉਹਨਾਂ ਨੇ ਮੇਰੇ ਨਾਲ ਬੜੇ ਪਿਆਰ ਨਾਲ ਗੱਲ ਕੀਤੀ। ਨਹੀਂ, ਤੁਸੀਂ ਉਹਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਉੱਥੇ ਜਾਪਾਨੀਆਂ ਨੂੰ ਕਿ ਮੇਰੇ ਨਾਲ ਹੋਇਆ ਕੀ ਹੈ ਤੇ ਮੈਂ ਕਿਸ ਤਰੀਕੇ ਨਾਲ? ਜੀ ਮੈਂ ਸਾਰਾ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।
ਤੇ ਉਹਨਾਂ ਨਾਲ ਪਹਿਲਾਂ ਤਾਂ ਕਾਫੀ ਟਾਈਮ ਬਹਿਸ ਹੀ ਚੱਲਦੀ ਰਹੀ। ਉਹ ਮੈਨੂੰ ਕਹਿੰਦੇ ਵੀ ਹੁਣੀ ਅਸੀਂ ਵਾਪਿਸ ਭੇਜਾਂਗੇ ਜਾਂ ਅਸੀਂ ਜੇਲ੍ਹ ਭੇਜਾਂਗੇ, ਇਹ ਚੀਜ਼ਾਂ ਹੀ ਚੱਲਦੀਆਂ ਰਹੀਆਂ ਉਹਨਾਂ ਦੀਆਂ ਆਪਸ 'ਚ ਡਿਸਕਸ਼ਨ। ਜਿੱਥੇ ਤੱਕ ਮੈंने ਵਰਡ ਸੁਣੇ ਇੰਗਲਿਸ਼ ਦੇ 2-4 ਮੈਨੂੰ ਇਹ ਲੱਗਿਆ। ਫਿਰ ਉਸ ਤੋਂ ਬਾਅਦ ਉਹਨਾਂ ਦੇ ਇੱਕ ਸੀਨੀਅਰ ਆਫੀਸਰ ਆਏ। ਸੀਨੀਅਰ ਆਫੀਸਰ ਨੇ ਆ ਕੇ ਫਿਰ ਮੇਰੇ ਸਾਹਮਣੇ ਬੈਠ ਕੇ ਪਾਣੀ ਪੂਣੀ ਪਿਲਾਇਆ, ਮੇਰੇ ਨਾਲ ਗੱਲ ਕੀਤੀ ਤੇ ਫਿਰ ਉਹਨੇ ਮੈਨੂੰ ਪੁੱਛਿਆ ਵੀ ਤੂੰ ਵੀਜ਼ਾ ਕਿਵੇਂ ਲਗਵਾਇਆ। ਫਿਰ ਮੈਂ ਉਹਨਾਂ ਨੂੰ ਦੱਸਿਆ ਵੀ ਸਰ ਮੈਂ ਬਾਈ ਏਜੰਟ ਲਗਵਾਇਆ, ਵੀ ਮੈਂ ਆਪ ਡਾਇਰੈਕਟ ਐਮਬੈਸੀ ਨਹੀਂ ਗਿਆ। ਉਸ ਵੇਲੇ ਕੀ ਚੱਲ ਰਿਹਾ ਸੀ ਸ਼ਮਸ਼ਾਦ, ਜਦੋਂ 4 ਬੰਦਿਆਂ ਨੇ ਤੁਹਾਨੂੰ ਘੇਰਾ ਪਾਇਆ ਹੋਇਆ ਸੀ? ਉੱਥੇ ਘਰ ਦੀ ਯਾਦ ਆਉਂਦੀ ਸੀ? ਘਰ ਦੀ ਵੀ ਜਨਾਬ ਯਾਦ। ਬਾਕੀ ਦੂਸਰੀ ਗੱਲ ਇਹ ਕਿ ਬੰਦਾ ਬਹੁਤ ਉਮੀਦਾਂ ਲੈ ਕੇ ਉੱਡਦਾ ਉਰੋਂ ਜਦ ਜਾਂਦਾ ਹੈ, ਬਹੁਤ ਕੁਝ ਸੋਚ ਕੇ ਜਾਂਦਾ। ਇਹ ਨਹੀਂ ਹੈ ਕਿ ਹਰ ਬੰਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਜਾਂ ਨਹੀਂ। ਹਰ ਬੰਦਾ ਆਪਣੇ ਅੱਛੇ ਫਿਊਚਰ ਲਈ ਜਾਂਦਾ। ਬੰਦਾ ਸੋਚਦਾ ਕਿ ਮੈਂ ਕੁਝ ਕਰੂੰਗਾ ਆਪਣੇ ਬੱਚਿਆਂ ਲਈ, ਆਪਣੀ ਫੈਮਿਲੀ ਲਈ, ਹੈ ਨਾ। ਅਤੇ ਉਹ ਯਾਨੀ ਉੱਥੇ ਇਹ ਹੋ ਗਿਆ ਤੇ ਵੀ ਯਾਰ ਵਾਪਿਸ ਹੁਣ ਕੀ ਮੂੰਹ ਲੈ ਕੇ ਜਾਵਾਂਗੇ, ਵੀ ਵਾਪਿਸ ਤਾਂ ਜਾਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਔਰ ਉਰੇ ਕਿਵੇਂ ਟਿਕੀਏ ਸਮਝ ਹੀ ਨਹੀਂ ਆ ਰਿਹਾ था। ਯਾਨੀ ਉਹ ਇੱਧਰ ਜਵਾਬ ਦਈਏ, ਉੱਧਰ ਜਾ ਕੇ ਕੀ ਜਵਾਬ ਦੇਵਾਂਗੇ, ਇਹ ਪਹਿਲਾਂ ਧਿਆਨ ਸ਼ੁਰੂ ਹੋ ਗਿਆ ਵੀ ਉੱਥੇ ਜਾ ਕੇ ਕੀ ਕਵਾਂਗੇ ਫੈਮਿਲੀ ਨੂੰ। ਅਤੇ ਮੇਰਾ ਇਹ ਹਾਲ ਹੋ ਗਿਆ ਸੀ ਵੀ ਮੈਂ ਸੋਚਿਆ ਮੈਂ ਕਿਹਾ ਯਾਰ ਦਿੱਲੀ ਮੈਂ ਸਾਲਾ ਉਤਰਨਾ ਹੀ ਨਹੀਂ। ਮੈਂ ਦਿੱਲੀ ਉਤਰ ਕੇ ਜਾਂ ਛਾਲ ਮਾਰ ਦੂੰ ਜਾਂ ਮਰ ਜੂੰ, ਕੁਛ ਕਰ ਲੂੰਗਾ ਮੈਂ, ਵੀ ਮੈਂ ਆਪਣੇ ਘਰ ਨਹੀਂ ਵਾਪਿਸ ਜਾਣਾ। ਵਿਆਹ ਹੋਇਆ? ਹਾਂਜੀ ਹਾਂ। ਕਿੰਨੇ ਬੱਚੇ? 3 ਬੱਚੇ। ਅਤੇ ਉਸ ਤੋਂ ਬਾਅਦ ਮੈਂ ਜਦ ਦਿੱਲੀ ਪਹੁੰਚਿਆ ਅਤੇ ਮੈਂ ਦਿੱਲੀ ਪਹੁੰਚਣ ਤੋਂ ਬਾਅਦ ਇਹਨੂੰ ਕਾਲ ਕੀਤੀ, ਮੈਂ ਰੋਣ ਲੱਗ ਗਿਆ। ਇਹ ਮੈਨੂੰ ਕਹਿੰਦਾ ਕਿ ਮੈਂ ਇਹਨਾਂ ਨੂੰ ਕਿਹਾ, ਮੈਂ ਕਿਹਾ ਯਾਰ ਤੁਸੀਂ ਅੱਛਾ ਨਹੀਂ ਕੀਤਾ ਮੇਰੇ ਨਾਲ, ਵੀ ਬਹੁਤ ਗਲਤ ਕੀਤਾ। ਇਹ ਜਿਹਦੀ ਕਾਰ ਲੈ ਕੇ, ਇਹ ਏਜੰਟ ਖੁਦ, ਇਹਦੇ ਨਾਲ ਇੱਕ ਬੰਦਾ ਹੋਰ ਸੀਗਾ, ਉਹ ਇਮਰਾਨ ਸ਼ਾਇਦ ਉਹਦਾ ਨਾਮ ਕੀ ਹੈ, ਕੈਪ ਜੀ ਲੈ ਕੇ ਰੱਖਦਾ। ਇਹ ਜਦੀ ਮੈਨੂੰ ਤੁਸੀਂ CCTV ਵੀ ਪੁਲਿਸ ਚੈੱਕ ਕਰ ਸਕਦੀ ਹੈ। ਇਹ ਮੇਰੇ ਹੋਟਲ ਪਹੁੰਚੇ ਦਿੱਲੀ, ਕਿਉਂ ਮੈਂ ਘਰੇ ਆਉਣ ਦੀ ਮੇਰੀ ਮੂਡ ਥਾ ਹੀ ਨਹੀਂ ਵੀ ਮੈਂ ਘਰੇ ਨਹੀਂ ਆਉਣਾ। ਮਾਂ ਨਾਲ ਗੱਲਬਾਤ ਹੋਈ ਫਿਰ ਉਸ ਦੌਰਾਨ? ਮੈਂ ਮਦਰ ਤਾਂ ਮੇਰੇ 2012 'ਚ ਐਕਸਪਾਇਰ ਹੋ ਗਏ, ਫਾਦਰ ਸਾਹਿਬ। ਹਾਂਜੀ। ਕਿਹਦੇ ਨਾਲ ਗੱਲ ਹੋਈ ਜਦੋਂ ਦਿੱਲੀ ਉਤਰੇ ਸਭ ਤੋਂ ਪਹਿਲਾਂ? ਘਰੇ ਫਾਦਰ ਸਾਹਿਬ ਨਾਲ। ਕੀ ਕਿਹਾ? ਬਸ ਉਹਨਾਂ ਨੇ ਇਹੀ ਕਿਹਾ ਵੀ ਚਲ ਕੋਈ ਨਾ ਆ ਜਾ ਛੱਡ। ਅਤੇ ਫਿਰ ਉਸ ਤੋਂ ਬਾਅਦ ਫੈਮਿਲੀ ਨਾਲ ਗੱਲ ਹੋਈ। ਮੈਂ ਇਹਨੂੰ ਕਿਹਾ, ਇਹ ਉੱਥੇ ਮੈਨੂੰ ਲੈਣ ਆ ਗਿਆ ਅਤੇ ਲੈਣ ਆਏ ਹੋਏ ਇਹਨਾਂ ਨੇ। ਜਦੋਂ ਤੁਹਾਡੀ ਸਾਰੀ ਗੱਲ ਚੱਲ ਰਹੀ ਸੀ, ਜਦੋਂ ਤੁਹਾਡਾ ਪ੍ਰੋਸੈਸ ਚੱਲ ਰਿਹਾ ਸੀ, ਇਸ ਦੌਰਾਨ ਤੁਹਾਡੀ ਬੀਵੀ ਨਾਲ ਵੀ ਗੱਲ ਹੋਈ ਹੋਣੀ ਹੈ, ਘਰ ਵਾਲੀ ਨਾਲ, ਕੀ ਕਿਹਾ ਫਿਰ? ਕੀ ਰਿਐਕਸ਼ਨ ਸੀ ਸਭ ਤੋਂ ਪਹਿਲਾਂ? ਉਹ ਹਾਲਾਤ ਸਮਝਾਓ ਨਾ, ਕੀ ਹੁੰਦੇ ਨੇ ਜਦੋਂ ਇਸ ਤਰ੍ਹਾਂ ਹੁੰਦਾ? ਉਹ ਤਾਂ ਦੇਖੋ ਤੁਸੀਂ, ਹਰ ਬੰਦੇ ਦੀ ਨੇਚਰ ਅਲੱਗ ਹੈ ਨਾ। ਅਤੇ ਜਦ ਯਾਨੀ ਮੇਰੀ ਨੇਚਰ ਐਸੀ ਹੈ ਕਿ ਮੈਂ ਉਸ ਟਾਈਮ ਬਹੁਤ ਜ਼ਿਆਦਾ ਟੈਨਸ਼ਨ 'ਚ ਸੀ, ਬਹੁਤ ਜ਼ਿਆਦਾ, ਥੋੜ੍ਹਾ ਨਹੀਂ। ਅਤੇ ਮੈਂ ਸੋਚਿਆ ਵੀ ਯਾਰ ਬੈਂਕ ਦਾ ਕਰਜ਼ਾ ਕਿਵੇਂ ਵਾਪਸ ਦੂੰ, ਜਿਨ੍ਹਾਂ ਤੋਂ ਦੋਸਤਾਂ ਤੋਂ ਫੜੇ ਆ ਉਹ ਕਿਵੇਂ ਦੂੰ। ਮੈਂ ਜਾਣ ਲੱਗੇ ਆਪਣੀ ਦੁਕਾਨ ਦਾ ਜਿਹੜਾ ਸਟਾਕ ਹੈ, ਤੁਸੀਂ ਯਕੀਨ ਕਰੋ 1200-1300 ਪੀਸ ਬੰਦਾ ਅੱਜ ਵੀ ਮੌਜੂਦ ਹੈ। ਪਰ ਪੀਸ ਜਿਹਦੀ ਕੀਮਤ 300, 400, 500 ਹੈ, ਮੈਂ 65 ਰੁਪੀਜ਼ ਓਨਲੀ, ਸਿਰਫ 65 ਰੁਪਏ 'ਚ ਚੁਕਾ ਗਿਆ ਸਭ ਕੁਛ। ਸਮਝ ਸਕਦੇ ਹੋ? ਮਤਲਬ ਇੰਨਾ ਕਰੇਜ਼ ਸੀ? ਇੰਨਾ, ਹਾਂਜੀ। ਬਸ ਕਰੇਜ਼ ਲਾ ਲਓ ਜਾਂ ਇਹ ਲਾ ਲਓ ਵੀ ਥੋੜ੍ਹੇ ਨਾਲੋਂ ਜ਼ਿਆਦਾ ਸੀ, ਜਾਂ ਜੋ ਵੀ ਹਰ ਬੰਦਾ ਚਾਹੁੰਦਾ, ਅੱਛਾ ਕੋਈ ਵੀ ਨਹੀਂ ਚਾਹੁੰਦਾ। ਅਤੇ ਫਿਰ ਉਸ ਤੋਂ ਬਾਅਦ ਜਦ ਇਹ ਮੈਨੂੰ ਉੱਥੇ ਲੈਣ ਆਏ, ਮੇਰੀ ਫੈਮਿਲੀ ਨਾਲ, ਜਿਹੜਾ ਤੁਸੀਂ ਸਵਾਲ ਕਰਿਆ ਵੀ ਫੈਮਿਲੀ ਨਾਲ ਕੀ ਬੰਦੇ ਦੇ ਰਿਐਕਸ਼ਨ ਜਾਂ ਹੁੰਦੇ ਆ, ਮੇਰਾ ਇਹ ਥਾ ਵੀ ਉਸ ਟਾਈਮ ਮੇਰਾ ਗੱਲ ਕਰਨ ਦਾ ਮੂਡ ਹੀ ਨਹੀਂ ਥਾ। ਮੈਨੂੰ फ़ोन ਦੇਖ ਕੇ ਡਰ ਲੱਗਦਾ ਥਾ ਵੀ ਮੈਂ ਯਾਰ ਕੀ ਜਵਾਬ ਦੂੰਗਾ, ਕੀ ਕਹਾਂ। ਮੇਰਾ ਇਹ ਜੀ ਕਰਦਾ ਵੀ ਯਾਰ ਕੁਛ ਕਰ ਲੈ। ਬਸ ਮੈਂ ਹੋਟਲ 'ਚ ਬੈਠਾ, ਕੁੰਡੀ ਲਾ ਕੇ ਹੋਟਲ 'ਚ ਬੈਠ ਗਿਆ। ਮੇਰਾ ਬੜਾ ਦਿਲ ਕਰਿਆ ਵੀ ਯਾਰ ਕੁਛ ਕਰ ਲੈ, ਫਾਂਸੀ ਲੈ ਕੇ। ਫਿਰ ਮੈंने ਸੋਚਿਆ, ਮੈਂ ਕਿਹਾ ਯਾਰ ਜੇ ਤੂੰ ਹੀ ਗਿਰ ਗਿਆ ਫਿਰ ਪਿੱਛੇ ਕੌਣ ਹੈ? ਪਿੱਛੇ ਤਾਂ ਕੋਈ ਹੈ ਹੀ ਨਹੀਂ ਐਕਚੁਅਲ 'ਚ, ਮੇਰੀ ਫੈਮਿਲੀ 'ਚ ਕੋਈ ਹੈ ਹੀ ਨਹੀਂ ਮੇਰੇ ਤੋਂ ਬੜਾ, ਛੋਟਾ ਬ੍ਰਦਰ ਹੀ ਹੈ ਇੱਕ। ਫਿਰ ਉਸ ਤੋਂ ਬਾਅਦ ਆਪਣੇ ਆਪ ਨੂੰ ਆਪ ਹੀ ਹੱਥ ਮਾਰ ਕੇ ਕਿਹਾ, ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਜੋ ਹੋਊਗਾ ਦੇਖੀ ਜਾਊਗੀ। ਫਿਰ ਮੈਂ ਏਜੰਟ ਨੂੰ फ़ोन ਕੀਤਾ ਇਹਨੂੰ ਵੀ ਐਂ ਕਰਕੇ ਐਂ ਹੋ ਗਿਆ। ਮੈਂ ਬਲਕਿ ਰੋਣ ਲੱਗ ਗਿਆ, ਬੰਦਾ ਹੁੰਦਾ ਹੀ ਉਸ ਟਾਈਮ ਐਸੇ ਮੂਡ 'ਚ। ਇਹਨੇ ਐਕਚੁਅਲ 'ਚ ਇਹਨੇ ਮੈਨੂੰ ਸ਼ੁਰੂ ਤੋਂ ਹੀ ਡੀਲ ਇਸ ਤਰ੍ਹਾਂ ਕਰਿਆ ਕਿ ਇੱਕ ਬਹੁਤ ਗੇਮ ਪਲਾਨ ਦੀ ਤਰ੍ਹਾਂ, ਐਜ਼ ਏ ਬ੍ਰਦਰ ਬਣਾ ਕੇ। ਇਹ ਨਹੀਂ ਕਿ ਐਜ਼ ਏ ਏਜੰਟ, ਐਜ਼ ਏ ਬ੍ਰਦਰ। ਹਰੇਕ ਨੂੰ ਜਿਹੜੇ ਇਦਾਂ ਦੇ ਏਜੰਟ, ਉਹ ਹਰੇਕ ਨੂੰ ਐਂ ਲੱਗਦਾ ਕਿ ਇਹ ਤਾਂ ਮੇਰਾ ਪਰਿਵਾਰਿਕ ਜੀ ਹੈ, ਇਸ ਤਰੀਕੇ ਨਾਲ ਡੀਲ ਕਰਦੇ ਨੇ। ਹਾਂਜੀ ਹਾਂ, ਬਸ ਇਸ ਤਰ੍ਹਾਂ ਡੀਲ ਕਰਿਆ ਮੇਰੇ ਨਾਲ। ਅਤੇ ਮੈਨੂੰ ਲੈਣ ਆ ਗਿਆ ਉੱਥੇ, ਉਹ ਬੜਾ ਹੌਸਲਾ ਦਿੱਤਾ। ਉਸ ਤੋਂ ਬਾਅਦ ਮੈਨੂੰ ਕਹਿੰਦੇ ਕਿ ਤੇਰਾ ਕੈਨੇਡਾ ਦਾ ਪਾਵਾਂਗੇ, ਤੂੰ ਟੈਨਸ਼ਨ ਨਾ ਲੈ। ਅੱਛਾ, ਮਤਲਬ ਇੱਕ ਫਰਾਡ ਤੁਹਾਡੇ ਨਾਲ ਕਰਨ ਤੋਂ ਬਾਅਦ ਫਿਰ ਤੁਹਾਡੇ ਨਾਲ ਦੂਸਰਾ ਤਿਆਰੀ 'ਚ ਸੀ ਉਹ ਕਰਨ, ਫਿਰ ਤੁਸੀਂ ਭਰੋਸਾ ਕਰ ਲਿਆ? ਹਾਂਜੀ ਬਿਲਕੁਲ ਕਰ ਲਿਆ। ਉਹ ਕਿਉਂ? ਇੰਨਾ ਕੁਝ ਹੋਣ ਦੇ ਬਾਵਜੂਦ ਵੀ, ਇੰਨਾ ਸਬਕ ਮਿਲਣ ਤੋਂ ਬਾਵਜੂਦ ਵੀ ਫਿਰ ਵੀ ਤੁਸੀਂ ਭਰੋਸਾ ਕੀਤਾ ਉਹਦੇ 'ਤੇ? ਆਪਸ਼ਨ ਸਰ, ਆਪਸ਼ਨ ਨਹੀਂ ਥਾ ਕੋਈ। ਯਾਨੀ ਤੁਸੀਂ ਜਦ ਇੱਕ ਵਾਰ ਇਸ ਲੈਵਲ ਤੋਂ ਬਿਲਕੁਲ ਇਸ ਲੈਵਲ 'ਤੇ ਆ ਜਾਓ, ਅਸਮਾਨ ਤੋਂ ਬਿਲਕੁਲ ਜ਼ਮੀਨ 'ਤੇ ਆ ਜਾਓ, ਤਾਂ ਤੁਹਾਨੂੰ ਪਤਾ ਹੁੰਦਾ ਵੀ ਤੁਹਾਡੇ ਨਾਲ ਕੋਈ ਖੜੂਗਾ ਨਹੀਂ। ਕੁਛ ਚੰਦ ਦੋਸਤ ਹੁੰਦੇ ਨੇ, ਉਹਨਾਂ ਨੂੰ ਵੀ ਆਪਾਂ ਕਿੰਨਾ ਕੁ ਫੋਰਸ ਕਰ ਲਾਂਗੇ, ਉਹ ਵੀ ਵਿਚਾਰੇ ਕਿੰਨੇ। ਹਰ ਬੰਦੇ ਦੀ ਫੈਮਿਲੀ ਆ, ਹਰ ਬੰਦੇ ਦੇ ਖਰਚੇ ਨੇ, ਹਰ ਬੰਦੇ ਦੀ ਲਾਈਫ ਹੈ। सो ये लगा लो कि मेरा ऐसा एटीट्यूड या मेरी ऐसी आदत है कि मैं पसंद नहीं करता भी मेरे दोस्तों ਨੂੰ ਜ਼ਿਆਦਾ ਕਹਾਂ ਜਾਂ ਰਿਸ਼ਤੇਦਾਰਾਂ ਨੂੰ ਜ਼ਿਆਦਾ ਕਹਾਂ। ਤਾਂ ਉਸ ਤੋਂ ਬਾਅਦ ਇਹਨਾਂ ਨਾਲ ਜਦ ਇਹ ਆਇਆ ਮੈਨੂੰ ਲੈਣੇ ਨੇ, ਮੈਨੂੰ ਇਹ ਗੱਲ ਕਹੀ, ਤਾਂ ਮੈਂ ਕਿਹਾ ਚਲੋ ਠੀਕ ਹੈ ਕਰ ਲਓ।
ਤੁਸੀਂ ਇਹ ਦੇਖੋ ਕਿ ਮੈਂ ਉਸ ਬੰਦੇ ਨੇ ਇੰਨਾ ਤਕੜਾ ਗੇਮ ਪਲਾਨ ਚੱਲਿਆ ਕਿ ਮੇਰੇ ਹੀ ਫ਼ੋਨ ਤੋਂ ਗੂਗਲ ਤੇ ਸਰਚ ਮਾਰ ਕੇ ਐਡਰੈਸ ਵਗੈਰਾ ਕੱਢੇ ਇਹਨਾਂ ਨੇ ਏਜੰਟਾਂ ਦੇ। ਤੇ ਉਸ ਤੋਂ ਬਾਅਦ ਅਸੀਂ ਮਲੇਰਕੋਟਲਾ ਵਾਪਿਸ ਆਏ। ਮਲੇਰਕੋਟਲਾ ਤੋਂ ਬਾਅਦ ਅਸੀਂ ਦੁਬਾਰਾ ਵਾਪਿਸ ਗਏ ਔਰ ਇਹਨੇ ਮੈਨੂੰ ਕਿਹਾ ਕਿ ਤੂੰ ਫ਼ੋਨ ਤੇ ਚੈਟ ਕਰ ਲੈ। ਮੈਂ ਇੱਕ ਨੰਬਰ ਦੇ ਦਿੱਤਾ ਮੈਨੂੰ ਵੀ ਇਹਨਾਂ ਨਾਲ ਗੱਲ ਕਰ ਲੈ, ਆਪਾਂ ਤੇਰਾ ਕੈਨੇਡਾ ਦਾ ਅਪਲਾਈ ਕਰਾਂਗੇ। ਮੈਨੇ ਕਿਹਾ ਯਾਰ ਇਹ ਪੈਸੇ ਕਿੱਥੋਂ ਦੇਵਾਂਗੇ? ਅਸੀਂ ਉਹਨਾਂ ਦੇ ਆਫਿਸ ਲੈ ਕੇ ਗਿਆ ਬਕਾਇਦਾ ਮੈਨੂੰ। ਆਫਿਸ ਗਏ, ਉਹ ਕਹਿੰਦੇ ਜੀ ਅਸੀਂ 16 ਲੱਖ ਰੁਪਏ ਦਾ ਤੁਹਾਡੇ ਕੋਲੋਂ ਪਹਿਲਾਂ ਚੈੱਕ ਲਵਾਂਗੇ। ਇਹ ਕਹਿੰਦਾ ਤੂੰ ਬੇਫਿਕਰ ਰਹਿ, ਮੈਂ ਆਪਣੇ ਆਪ ਸੈਟਿੰਗ ਕਰ ਲੂੰਗਾ, ਜਦ ਤੂੰ ਚਲਾ ਜਾਏਗਾ ਹੌਲੀ ਹੌਲੀ ਇਹਨਾਂ ਨੂੰ ਦੇਈ ਜਾਈ। ਮੈਂ ਕਿਹਾ ਯਾਰ ਉਹ ਗੱਲ ਐਂ ਕਹਿ ਰਹੇ ਨੇ, ਤੂੰ ਜਾਣਦਾ ਹੈ ਨਹੀਂ ਉਹਨਾਂ ਨੂੰ, ਵੀ ਕਿਵੇਂ ਹੋ ਸਕਦਾ ਹੈ, ਕਿਵੇਂ ਪੋਸੀਬਲ ਹੈ? ਕਹਿੰਦਾ ਯਾਰ ਦੇਖ ਮੈਂ ਚਾਹਣਾ ਵੀ ਤੂੰ ਠੀਕ ਹੋ ਜਾਵੇਂ, ਤੇਰੀ ਸਿਚੁਏਸ਼ਨ ਸੁਧਰ ਜਾਵੇ, ਐਜ਼ ਏ ਬ੍ਰਦਰ ਮੈਂ ਆਪਣੇ ਆਪ ਸੈਟਿੰਗ ਕਰ ਲੂੰ, ਤੂੰ ਮੇਰੇ 'ਤੇ ਛੱਡ ਦੇ। ਕੁਦਰਤੀ ਜੀ ਉਹ ਵੀਜ਼ਾ ਵੀ ਰਿਜੈਕਟ ਹੋ ਗਿਆ। ਉਹ ਵੀਜ਼ਾ ਜਦ ਰਿਜੈਕਟ ਹੋਇਆ, ਮੇਰਾ 16 ਲੱਖ ਰੁਪਏ ਦਾ ਚੈੱਕ ਦਿਵਾਤਾ ਇਹਨਾਂ ਨੇ ਉਹਨਾਂ ਨੂੰ। ਆਲਰੇਡੀ ਮੇਰਾ 16 ਲੱਖ ਦਾ ਚੈੱਕ ਉਹਨਾਂ ਕੋਲ ਸੀਗਾ। ਅਤੇ ਉਸ ਤੋਂ ਬਾਅਦ ਜਦ ਉਹ ਵੀ ਰਿਜੈਕਟ ਹੋ ਗਿਆ, ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਆ ਤਾਂ ਅਤੇ ਇਹ ਵੀ ਰਿਜੈਕਟ ਹੋ ਗਿਆ, ਹੁਣ ਕੀ ਕਰੀਏ? ਅਤੇ ਉਹਨਾਂ ਨੂੰ ਮੈਨੇ ਕਿਹਾ ਉਹ ਚੈੱਕ ਨਾ ਵਾਪਿਸ ਕਰਨ। ਫਿਰ ਉਸ ਤੋਂ ਬਾਅਦ ਹੀ ਇਹ ਮੈਨੂੰ ਗੇਟ ਪੇਚ ਪਾਉਣ ਲੱਗ ਗਿਆ। ਮੈਨੂੰ ਕਹਿੰਦਾ ਮੈਂ ਤੈਨੂੰ ਦੁਬਈ ਭੇਜ ਦਿੰਦਾ। ਦੁਬਈ ਇੱਕ ਲੋਨ ਹੁੰਦਾ ਸ਼ਾਇਦ ਪਤਾ ਨਹੀਂ 1 ਮਿਲੀਅਨ ਦਾ, 10 ਲੱਖ ਦਾ, ਅਤੇ ਉਹ 'ਚੋਂ ਤੂੰ ਲੋਨ ਲੈ ਕੇ ਵਾਪਿਸ ਭੱਜਿਆ ਹੀ, ਅਤੇ ਬਾਕੀ ਜਿਹੜਾ ਹਿੱਸਾ ਉੱਥੇ ਦੇ ਜਿਹੜੇ ਬੰਦੇ ਤੈਨੂੰ ਰੱਖਣਗੇ ਲੋਨ ਕਰਵਾਉਣਗੇ ਉਹਨਾਂ ਨੂੰ ਦੇਣਾ। ਅਤੇ ਮੈਂ ਕਿਹਾ ਮੈਂ ਦੋਸਤ ਨਾਲ ਸਲਾਹ ਕੀਤੀ, ਉਹ ਕਹਿੰਦਾ ਯਾਰ ਪਾਗਲ ਹੈ ਤੂੰ, ਇੱਕ 'ਚੋਂ ਨਿਕਲਿਆ ਦੂਸਰੇ 'ਚੋਂ ਹਲੇ ਨਿਕਲਿਆ ਤੂੰ ਤੀਸਰੇ 'ਚ ਫਿਰ ਫਸਣ ਜਾ ਰਹੇ, ਪਾਗਲ ਹੈ ਵੀ ਰਹਿਣ ਦੇ, ਛੱਡ ਇਹ ਚੀਜ਼ਾਂ ਦੀ ਆਪਾਂ ਨੂੰ ਕੀ ਜ਼ਰੂਰਤ ਹੈ, ਵੀ ਆਪਾਂ ਇਹ ਬੰਦਾ ਤੈਨੂੰ ਪਾਗਲ ਬਣਾ ਰਿਹਾ, ਇਹਦੇ 'ਤੇ ਤੂੰ FIR ਦਰਜ ਕਰਾ। ਮੈਂ ਹੀ ਮਸ਼ਵਰਾ ਕੀਤਾ, ਫਿਰ ਇਹਦੇ ਨਾਲ ਮੈਂ ਗੱਲ ਕੀਤੀ। ਜਦ ਇਹਦੇ ਨਾਲ ਅਸੀਂ ਇਸ ਟੋਨ 'ਚ ਗੱਲ ਕੀਤੀ, ਯਾਨੀ ਵੀ ਅਸੀਂ ਬਈ ਸਾਡੇ ਪੈਸੇ ਦੇ ਜਾਂ ਅਸੀਂ FIR ਕਰਾਵਾਂਗੇ, ਤਾਂ ਇਸ ਬੰਦੇ ਦੀ ਟੋਨ ਚੇਂਜ ਹੋ ਗਈ, ਸਿੱਧਾ ਗੁੰਡਾਗਰਦੀ ਵਾਲੀ ਟੋਨ ਆ ਗਈ। ਅਤੇ ਮੈਂ ਵੀ ਹੱਕਾ ਬੱਕਾ ਰਹਿ ਗਿਆ। ਮੈਂ ਕਿਹਾ ਯਾਰ ਇਹ ਕੀ ਚੀਜ਼ ਹੈ? ਅਤੇ ਉਸ ਤੋਂ ਬਾਅਦ ਮੈਂ ਇਹਨਾਂ ਦੀ ਐਪਲੀਕੇਸ਼ਨ SSP ਸੰਗਰੂਰ ਦਿੱਤੀ। SSP ਸੰਗਰੂਰ ਐਕਚੁਅਲ 'ਚ ਉਸ ਤੋਂ ਬਾਅਦ ਹੋਇਆ ਕਿ ਜਦ ਮੈਂ ਆਇਆ ਔਰ ਉਸ ਤੋਂ ਬਾਅਦ ਤੁਸੀਂ ਯਕੀਨ ਕਰੋ ਕਿ ਮੇਰੀ ਜ਼ਿੰਦਗੀ 'ਚ 2 ਟਾਈਮ ਮੇਰੇ 'ਤੇ ਬਹੁਤ ਹਾਰਡ ਹੈ। ਇੱਕ ਜਦ ਮੇਰੇ ਮਦਰ ਐਕਸਪਾਇਰ ਹੋਏ, ਬਹੁਤ ਹਾਰਡ ਟਾਈਮ ਉਹ। ਦੂਸਰਾ ਆਹ ਤੁਸੀਂ ਯਕੀਨ ਕਰੋ ਕਿ ਉਸ ਟਾਈਮ ਨਹੀਂ, ਜਦੋਂ ਫਿਰ ਤੁਸੀਂ ਦੁਕਾਨ 'ਚ ਆਏ, ਜਦੋਂ ਤੁਹਾਨੂੰ ਕੈਨੇਡਾ ਦਾ ਵੀ ਤੁਹਾਡਾ ਰਿਜੈਕਟ ਹੋ ਗਿਆ, ਦੁਕਾਨ ਨੂੰ ਆ ਕੇ ਕੀ ਖਿਆਲ ਆਇਆ ਸਭ ਤੋਂ ਪਹਿਲਾਂ, ਜਿਹਨੂੰ ਹਰਾ ਭਰਾ ਦੇਖਿਆ ਹੋਇਆ ਸੀ ਤੁਸੀਂ? ਦੁਕਾਨ ਤਾਂ ਬਿਲਕੁਲ ਖਾਲੀ ਪਈ ਸੀ। ਦੁਕਾਨ ਤਾਂ ਤੁਸੀਂ ਇਹ ਲਾਓ ਵੀ ਮਿੱਟੀ ਚੜ੍ਹੀ ਹੋਈ ਸੀ ਦੁਕਾਨ 'ਚ। ਦੁਕਾਨ ਬਿਲਕੁਲ ਖਾਲੀ, ਕੁਛ ਵੀ ਨਹੀਂ ਸੀ ਦੁਕਾਨ 'ਚ। ਅਤੇ ਮਾਲ ਪਾਉਣ ਨੂੰ ਤਾਂ ਹੁਣ ਦੇਖੋ ਪੈਸਾ ਚਾਹੀਦਾ। ਦੁਕਾਨ 'ਚ ਕੁਛ ਪਾਵਾਂਗੇ, ਲੈ ਕੇ ਆਓਗੇ ਸਟਾਕ ਤੁਸੀਂ, ਉਹ ਪੈਸੇ ਦਾ ਹੀ ਆਏਗਾ, ਬਿਨਾਂ ਪੈਸੇ ਤੋਂ ਕੋਈ ਸਟਾਕ ਨਹੀਂ ਆਏਗਾ। ਬੜਾ ਦਿਮਾਗ ਉਸ ਟਾਈਮ ਖ਼ਰਾਬ ਹੋਇਆ। ਅਤੇ ਉਸ ਟਾਈਮ ਸਿਚੁਏਸ਼ਨ ਇਹ ਰਹੀ ਵੀ ਘਰੇ ਲਗਾਤਾਰ ਪੂਰੀ ਗਰਮੀ। ਪਰ ਸ਼ਮਸ਼ਾਦ, ਇੱਥੇ ਸਵਾਲ ਇਹ ਹੈ ਕਿ ਬਹੁਤ ਸਾਰੇ ਜਿਹੜੇ ਨੌਜਵਾਨ ਨੇ ਤੁਹਾਡੇ ਵਰਗੇ, ਮੇਰੇ ਵਰਗੇ, ਅਜਿਹੀ ਸਿਚੁਏਸ਼ਨ ਦੇ ਵਿੱਚ ਹਾਰ ਮੰਨ ਲੈਂਦੇ ਨੇ। ਮੈਂ ਦੇਖ ਰਿਹਾ ਤੁਸੀਂ ਹਾਰ ਨਹੀਂ ਮੰਨੀ, ਲੜੇ, ਸਿਸਟਮ ਨਾਲ ਵੀ ਲੜੇ, ਉਹ ਬੰਦੇ ਨਾਲ ਵੀ ਲੜੇ ਅਤੇ ਆਪਣੇ ਆਪ ਨਾਲ ਵੀ ਲੜੇ। ਕੀ ਕਹੋਗੇ? ਦੇਖੋ ਜੀ, ਕੁਛ ਲੋਕ ਹੁੰਦੇ ਨੇ ਜਿਹੜੇ ਸਿਰਫ ਆਪਣੇ ਲਈ ਜੀਂਦੇ ਨੇ, ਕੁਛ ਲੋਕ ਹੁੰਦੇ ਨੇ ਜਿਹੜੇ ਦੂਸਰਿਆਂ ਲਈ ਜੀਂਦੇ ਨੇ। ਜਿਹੜੇ ਦੂਸਰਿਆਂ ਲਈ ਜੀਉਂਦੇ ਨੇ ਉਹਨਾਂ ਦੇ ਅੰਦਰ ਹੌਸਲਾ ਪਰਮਾਤਮਾ ਅੱਲਾਹ ਤਾਲਾ ਆਪਣੇ ਆਪ ਹੀ ਪਾ ਦਿੰਦਾ ਹੈ। ਅਤੇ ਹਾਂ ਇਹ ਜ਼ਰੂਰ ਹੈ ਕਿ ਗੋਡੇ ਬਹੁਤ ਵਾਰ ਲੱਗੇ, ਨੋ ਡਾਊਟ, ਮੈਂ ਹਕੀਕਤ ਕਹਿ ਰਿਹਾ, ਇਹ ਕੋਈ ਇਸ 'ਚ ਝੂਠ ਨਹੀਂ ਹੈਗਾ ਕਿ ਮੈਨੇ ਕਈ ਵਾਰ ਤਾਂ ਸੁਸਾਈਡ ਅਟੈਂਪਟ ਕਰਨ ਦੀ ਸੋਚੀ ਹੈ, ਵੀ ਮੈਂ ਤਿਆਰੀ 'ਚ ਥਾ ਪੂਰੀ, ਵੀ ਮੈਂ ਕਰ ਲੂੰਗਾ ਅੱਜ। ਯਾਨੀ ਤੁਸੀਂ ਇਮੈਜਿਨ ਕਰੋ ਕਿ ਮੈਂ ਉੱਪਰ ਕਮਰੇ 'ਚ ਹੈ, ਮੇਰੇ ਫਾਦਰ ਅਤੇ ਫੈਮਿਲੀ ਸਾਰੀ ਨੀਚੇ ਪਈ ਹੈ, ਮੈਂ ਇਕੱਲਾ ਉੱਪਰ ਬੈਠਾ ਔਰ ਮੈਂ ਬੈਠਾ ਇਹ ਸੋਚ ਰਿਹਾ ਵੀ ਯਾਰ ਸਾਲਾ ਕੀ ਹੋ ਗਿਆ, ਵੀ ਆਪਾਂ ਕੈਸੇ ਬੰਦੇ ਥੇ, ਕਿੱਥੇ ਆ ਗਏ। ਅੱਜ ਇਹ ਹਾਲ ਹੋ ਗਿਆ ਕਿ ਤੁਹਾਡੇ ਕੋਲ ਤੁਹਾਡੀ ਜੇਬ 'ਚ ਦੁੱਧ ਲਈ ਵੀ ਪੈਸੇ ਨਹੀਂ ਹੈਗੇ। ਗੱਲ ਸਮਝਦੇ ਤੁਸੀਂ? ਫਿਰ ਮੈਂ ਇਹਨਾਂ ਨੂੰ ਉਸ ਤੋਂ ਬਾਅਦ ਬਸ ਬਹੁਤ ਮੈਂ ਕੋਸ਼ਿਸ਼ ਕਰੀ, ਮਗਰ ਇਹ ਚੀਜ਼ ਆਪਾਂ ਕਰ ਨਹੀਂ ਪਾਏ। ਯਾਨੀ ਇਹ ਚੀਜ਼ ਆਪਣੇ ਤੋਂ ਹੋਈ ਨਹੀਂ। ਸੋਚਿਆ ਨਹੀਂ ਯਾਰ ਕੋਈ ਨਾ, ਇਨਸ਼ਾਅੱਲਾ ਵਕਤ ਅੱਛਾ ਆਊਗਾ, ਕੋਈ ਨਾ, ਅਗਰ ਅੱਜ ਇਹ ਚੀਜ਼ ਹੋਈ ਹੈ ਕੋਈ ਗੱਲ ਨਹੀਂ, ਆਪਾਂ ਲੜਾਂਗੇ। ਫਿਰ ਉਸ ਤੋਂ ਬਾਅਦ ਮੈਂ ਇਹਦੇ ਖਿਲਾਫ FIR ਦਿੱਤੀ। ਅਤੇ FIR ਦੇਣ ਤੋਂ ਬਾਅਦ ਮੈਂ ਜਦ FIR ਦਿੱਤੀ ਤਾਂ ਉਹਨਾਂ ਨੇ SSP ਸਾਹਿਬ ਨੇ ਐਂਟੀ ਹਿਊਮਨ ਟ੍ਰੈਫਿਕਿੰਗ 'ਚ ਉਹ ਮਾਰਕ ਕਰਤੀ। ਤਾਂ ਜਦ ਉੱਥੇ ਮਾਰਕ ਹੋਈ ਮੈਨੂੰ ਇਹ ਥਾ ਵੀ ਚਲੋ ਯਾਰ ਜੋ ਵੀ ਹੈ ਪੈਸੇ ਦੇ ਦੂਗਾ, ਆਪਾਂ ਆਪਣੀ ਦੁਕਾਨ ਸੈਟਲ ਕਰ ਲਾਂਗੇ, ਖਰਚਾ। ਹਾਂਜੀ। ਤਾਂ ਉਸ ਦੌਰਾਨ ਇੱਕ ਚੀਜ਼ ਤਾਂ ਟੈਨਸ਼ਨ ਇਹ ਹੋ ਗਈ ਕਿ ਤੁਹਾਡਾ ਖਰਚਾ ਹੀ ਬੰਦ ਹੋ ਗਿਆ, ਤੁਹਾਡੀ ਇਨਕਮ ਬੰਦ ਹੋ ਗਈ, ਇਨਕਮ ਸੋਰਸਸ ਤੁਹਾਡੇ ਕੋਲ ਕੋਈ ਹੈ ਨਹੀਂ। ਦੂਸਰੀ ਚੀਜ਼ ਇਹ ਹੋ ਗਈ ਕਿ ਤੁਸੀਂ ਕਦੇ ਜੋਬ ਕਰੀ ਨਹੀਂ, ਕਿਸੇ ਦੇ ਅੱਗੇ ਤੁਸੀਂ ਜੋਬ ਕਰ ਨਹੀਂ ਸਕਦੇ। ਤੀਸਰੀ ਚੀਜ਼
ਕਿ ਮੈਨੂੰ ਬੈਂਕ ਵਾਲਿਆਂ ਨੇ ਬਹੁਤ ਜ਼ਿਆਦਾ ਟੌਰਚਰ ਕਰਨਾ ਸ਼ੁਰੂ ਕਰਤਾ। ਜਿਹੜੇ ਪੈਸੇ ਲਏ ਸੀ ਹਾਂਜੀ, ਉਹ ਯਾਨੀ ਤੁਸੀਂ ਸੋਚ ਹੀ ਨਹੀਂ ਸਕਦੇ, ਉਹ ਐਸਾ ਟੌਰਚਰ ਕਰਦੇ ਨੇ ਬੰਦੇ ਨੂੰ। ਮੈਂ ਪਹਿਲਾਂ ਪੜ੍ਹਦਾ ਹੁੰਦਾ ਸੀ ਅਖਬਾਰਾਂ 'ਚ ਜਾਂ ਨਿਊਜ਼ 'ਚ ਦੇਖਦਾ ਹੁੰਦਾ ਥਾ ਵੀ ਕਿਸੇ ਕਿਸਾਨ ਨੇ ਆਤਮ ਹੱਤਿਆ ਕਰ ਲਈ, ਕਿਸੇ ਵਪਾਰੀ ਨੇ ਆਤਮ ਹੱਤਿਆ ਕਰ ਲਈ ਬਿਕੋਜ਼ ਆਫ ਬੈਂਕ ਪੋਲਿਸੀਜ਼ ਜਾਂ ਬੈਂਕ ਇੰਪਲੋਈਜ਼ ਦੀ ਪ੍ਰੈਸ਼ਰ ਦੀ ਵਜ੍ਹਾ ਕਰਕੇ। ਤਾਂ ਮੈਂ ਸੋਚਦਾ ਥਾ ਵੀ ਯਾਰ ਐ ਲੋਕ ਕਿਵੇਂ ਕਰ ਸਕਦੇ ਨੇ। ਮਗਰ ਜਦ ਮੇਰੇ 'ਤੇ ਪ੍ਰੈਸ਼ਰ ਬਣਿਆ ਤਾਂ ਮੈਨੂੰ ਫੀਲ ਹੋਇਆ ਵੀ ਯਾਰ ਬਾਕੀ ਬਹੁਤ ਹਾਰਡ ਚੀਜ਼ ਹੈ ਇਹ। ਯਾਨੀ ਉਹ ਇੰਨਾ ਕੁ ਤੁਹਾਨੂੰ ਮੈਂਟਲੀ ਇੰਨਾ ਕੁ ਟੌਰਚਰ ਕਰ ਦਿੰਦੇ ਨੇ, ਤੁਸੀਂ ਸੋਚ ਨਹੀਂ ਸਕਦੇ। ਤੁਹਾਡੇ ਕੋਲ ਆ ਕੇ ਉਹ ਬੋਰਡ ਲੈ ਕੇ ਖੜ ਜਾਂਦੇ ਨੇ ਵੀ ਇਹਦੇ ਨਾਲ ਫੋਟੋ ਖਿਚਵਾਓ ਜੀ, ਤੁਹਾਨੂੰ ਰਾਤਾਂ ਨੂੰ ਫੋਨ, ਦਿਨ 'ਚ ਫੋਨ ਪੈਸੇ ਲਈ। ਤਾਂ ਉਸ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਹੰਬ ਗਿਆ। ਮੈਂ ਦੋਸਤਾਂ ਨਾਲ ਸਲਾਹ ਕਰੀ, ਮੈਂ ਕਿਹਾ ਇੱਕ ਦੋ ਦੋਸਤਾਂ ਨਾਲ, ਮੈਂ ਕਿਹਾ ਯਾਰ ਜਾਂ ਤਾਂ ਮੈਂ ਸੁਸਾਈਡ ਕਰ ਲੂੰਗਾ। ਮੈਂ ਕਿਹਾ ਮੈਂ ਬੈਂਕ ਵਾਲਿਆਂ ਨੇ ਪਾਗਲ ਕਰਤਾ। ਦੋਸਤਾਂ ਨੇ ਸਾਥ ਦਿੱਤਾ? ਹਾਂਜੀ ਦਿੱਤਾ। ਕਿਹਨਾਂ ਨੇ? ਇੱਕ ਮੇਰਾ ਦੋਸਤ ਹੈ ਤਨਵੀਰ, ਇੱਕ ਰਜਬ ਹੈ ਦੋਸਤ ਮੇਰਾ ਭੂਮਸੀ ਦੇ ਵਿੱਚੋਂ, ਉਹਨਾਂ ਨੇ ਬੜਾ ਸਾਥ ਦਿੱਤਾ ਮੇਰਾ। ਤਨਵੀਰ ਨੇ ਬੜਾ ਸਾਥ ਦਿੱਤਾ ਮੇਰਾ। ਅਤੇ ਬਾਕੀ ਇੱਕ ਮੇਰਾ ਦੋਸਤ ਹੈ ਬਾਹਰ, ਉਹਨਾਂ ਨੇ ਫਿਰ ਬਾਅਦ ਦੇ ਵਿੱਚੋਂ ਉਹਨਾਂ ਨੇ ਬੜੀ ਹੈਲਪ ਕਰੀ ਹੈ ਮੇਰੀ। ਬਲਕਿ ਸਟਾਕ ਵਗੈਰਾ ਵੀ ਮੈਂ ਉਹਨਾਂ ਨੇ ਹੀ ਪਵਾਇਆ, ਮੈਨੂੰ ਕਿਹਾ ਵੀ ਕੋਈ ਨਾ ਤੂੰ ਟੈਨਸ਼ਨ ਨਾ ਲੈ, ਬੇਫਿਕਰ ਰਹਿ, ਕਿਉਂਕਿ ਉਹਨਾਂ ਨੇ ਦੇਖਿਆ ਹੋਇਆ ਤਾਂ ਵੀ ਮੇਰੀ ਆਦਤ ਵੀ ਕੈਸੀ ਹੈ ਇਸ ਚੀਜ਼ ਨੂੰ ਲੈ ਕੇ। ਅਤੇ ਉਸ ਤੋਂ ਬਾਅਦ ਯਾਨੀ ਉਹਨਾਂ ਨੇ ਬੈਂਕ ਵਾਲਿਆਂ ਨੇ ਮੈਨੂੰ ਪਾਗਲ ਹੋਣ ਵਾਲਾ ਕਰਤਾ ਤਾ। ਅਤੇ ਫਿਰ ਜਦ ਮੈਂ ਦੋਸਤਾਂ ਨਾਲ ਮਸ਼ਵਰਾ ਕਰਿਆ, ਉਹਨਾਂ ਨੇ ਕਿਹਾ ਯਾਰ ਤੂੰ ਕਿਉਂ ਟੈਨਸ਼ਨ ਲੈ ਰਹੇ ਹੈ ਵੀ ਅਗਰ ਤੂੰ ਸਹੀ ਹੈ, ਤੂੰ ਜੀ ਰਹੇ ਹੈ, ਤੂੰ ਜਿਉਂਦਾ ਹੈ ਤਾਂ ਤੇਰੇ ਨਾਲ ਹੀ ਹੈ। ਜਿਸ ਦਿਨ ਤੂੰ ਰਹੇਗਾ ਹੀ ਨਹੀਂ, ਕੁਝ ਵੀ ਨਹੀਂ ਰਹਿਣਾ, ਸਭ ਖਤਮ ਹੈ। ਫਿਰ ਮੈਂ ਸੋਚਿਆ ਯਾਰ ਚਲੋ ਵੀ ਜਿਉਂਦਿਆਂ ਨਾਲ ਹੀ ਨੇ, ਕੋਈ ਨਾ ਚੱਲਣ ਦੇ, ਦੇਖਦੇ ਹਾਂ ਕੀ ਹੁੰਦਾ। ਫਿਰ ਮੈਨੇ ਬਾਕਾਇਦਾ ਇੱਕ ਵਕੀਲ ਨਾਲ ਮਸ਼ਵਰਾ ਕਰਕੇ ਉਹਨਾਂ ਨੂੰ ਇਹ ਸਾਰੀ ਗੱਲ ਆਪਣੀ ਦੱਸੀ। ਉਹਨਾਂ ਨੇ ਕਿਹਾ ਵੀ ਕੋਈ ਨਾ, ਆਪਾਂ ਜੱਜ ਸਾਹਿਬ ਤੋਂ ਇੱਕ ਰਿਕੁਐਸਟ ਪਾ ਕੇ ਵੀ ਕੁਛ ਟਾਈਮ ਜਾਂ ਕੁਛ ਜੋ ਵੀ ਹੈ, ਦੇਖੋ ਮੈਂ ਤਾਂ ਨਹੀਂ ਕਹਿੰਦਾ ਕਿ ਮੈਨੇ ਨਹੀਂ ਦੇਣੇ, ਕਿਉਂਕਿ ਦੇਖੋ ਜੋ ਚੀਜ਼ ਲੱਤੀ ਆਪਾਂ ਦੇਣੀ ਹੈ ਨੋ ਡਾਊਟ। ਮਗਰ ਅਗਰ ਤੁਸੀਂ ਇੱਕ ਬੰਦੇ 'ਤੇ ਪ੍ਰੈਸ਼ਰ ਬਣਾ ਦੋਗੇ ਹੁਣੀ ਦੇ, ਬੰਦਾ ਕਿੱਥੋਂ ਦੇਊਗਾ। ਹਾਲਾਤ ਬਹੁਤ ਮਾੜੇ ਨੇ ਪਹਿਲਾਂ ਹੀ। ਬਿਲਕੁਲ ਪਹਿਲਾਂ ਹੀ, ਔਰ ਕੁਛ ਕੋਵਿਡ-19 ਦੀ ਵਜ੍ਹਾ ਕਰਕੇ ਹੋਰ ਜ਼ਿਆਦਾ ਹੁਣ ਬੁਰਾ ਹੋ ਗਿਆ ਕੰਮ। ਤੇ ਫਿਰ ਪਰਚਾ ਯਕਦਮ ਦੇਤਾ ਜਦੋਂ ਤੁਸੀਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਤੇ FIR ਕਰਵਾ ਦੇਣੀ ਹੈ? ਨਹੀਂ ਸਰ, ਇਹਦੇ ਲਈ ਵੀ ਸੰਘਰਸ਼ ਕਰਨਾ ਪਿਆ? ਇਹਦੇ ਲਈ ਤਾਂ ਤੁਸੀਂ ਯਕੀਨ ਕਰੋ ਬਹੁਤ ਲੰਬਾ ਚੱਲਿਆ ਕੰਮ। ਅਤੇ ਅਸੀਂ ਪਹਿਲਾਂ ਦੇਖੋ SSP ਸਾਹਿਬ ਬਹੁਤ ਅੱਛੇ ਬੰਦੇ ਆ, ਨੋ ਡਾਊਟ, ਸੰਗਰੂਰ ਗਰਗ ਸਾਹਿਬ, ਅਤੇ ਉਹਨਾਂ ਨੇ ਐਂਟੀ ਹਿਊਮਨ ਟ੍ਰੈਫਿਕਿੰਗ 'ਚ ਮਾਰਕ ਕਰਤੀ। ਉੱਥੇ ਅਸੀਂ ਫਸਟ ਟਾਈਮ ਜਦ ਮੈਂ ਗਿਆ, ਤਾਂ ਕਿਉਂਕਿ ਆਪਾਂ ਪਹਿਲਾਂ ਕਦੇ ਡੀਲ ਕੀਤੀ ਪੁਲਿਸ ਵਾਲਿਆਂ ਨਾਲ? ਨਹੀਂ, ਕਦੇ ਕੋਈ ਡੀਲ ਨਹੀਂ ਪੁਲਿਸ ਵਾਲਿਆਂ ਨਾਲ, ਕਦੇ ਕੋਈ ਲੜਾਈ ਝਗੜਾ ਹੀ ਨਹੀਂ ਜੀ ਕਿਸੇ ਨਾਲ, ਕੋਈ ਨਹੀਂ, ਐਸਾ ਕੁਛ ਨਹੀਂ। ਅਤੇ ਉੱਥੇ ਗਏ ਅਸੀਂ, ਫਸਟ ਟਾਈਮ ਗਿਆ ਮੈਂ। ਅਤੇ ਇਹਨਾਂ ਨਾਲ ਇਹ ਇੱਕ ਆਪਣੇ ਉਰੋਂ ਮਲੇਰਕੋਟਲਾ ਦਿੱਲੀ ਗੇਟ ਬੱਸ ਸਟੈਂਡ ਦੇ ਕੋਲ ਇੱਕ ਇਹਦਾ ਦੋਸਤ ਹੈ ਕੋਈ ਆਪਣੇ, ਉਹਨਾਂ ਦਾ ਬੈਂਡ ਬਾਜੇ ਦਾ ਕੰਮ ਹੈ, ਕੈਬ ਜੀ ਲੈ ਕੇ ਰੱਖਦੇ ਆ, ਉਹ ਸੀਗੇ ਨਾਲ ਇੱਕ ਇਹਦਾ ਬ੍ਰਦਰ ਸੀਗਾ ਨਾਲ ਏਜੰਟ ਦਾ। ਉੱਥੇ ਇਹਨਾਂ ਨੇ ਪਤਾ ਨਹੀਂ SI ਨਾਲ ਇਹਨਾਂ ਦੀ ਕੋਈ ਗੱਲ ਸੀ ਜਾਂ ਜਾਣਕਾਰੀ ਸੀ ਜਾਂ ਕੋਈ ਪ੍ਰੈਸ਼ਰ ਥਾ, ਆਈ ਡੋਂਟ ਨੋ। ਬਟ ਉੱਥੇ ਜਦ ਮੇਰੀ ਗੱਲ ਹੋਈ ਤਾਂ ਇਹਨਾਂ ਨੇ ਉਹਨਾਂ ਦੇ ਸਾਹਮਣੇ ਹੀ ASI ਦੇ ਮੈਨੂੰ ਧਮਕਾਉਣਾ ਸ਼ੁਰੂ ਕਰਤਾ। ਉਲਟਾ ਉਹ ਬੰਦਾ ਜਿਹਦੀ ਮੈਂ ਗੱਲ ਕਰ ਰਿਹਾ, ਉਹ ਮੈਨੂੰ ਕਹਿੰਦਾ ਬਈ ਤੂੰ ਸਾਨੂੰ ਜਾਣਦਾ ਨਹੀਂ। ਅੱਛਾ। ਤੇ ਤੇਰੇ ASI ਇਹ ਗੱਲ ਕਹਿੰਦਾ ਕਿ ਸਾਨੂੰ ਜਾਣਦਾ ਨਹੀਂ, ਉਹ ਜਿਹੜਾ ਬੰਦੇ ਦੇ ਨਾਲ ਆਏ ਸੀ। ਤੇ ASI ਸਾਹਮਣੇ ਬੈਠਾ। ਮੈਂ ਸੋਚ ਰਿਹਾ, ਮੈਂ ਕਿਹਾ ਯਾਰ ਕਮਾਲ ਹੈ ਵੀ ਬੰਦਾ ਗੁੰਡੇ ਦਾ ਰੋਲ ਅਦਾ ਕਰ ਰਿਹਾ ਔਰ ਪੁਲਿਸ ਵਾਲਾ ਚੁੱਪ ਬੈਠਾ, ਉਹਨੂੰ ਕਹਿ ਨਹੀਂ ਰਿਹਾ ਵੀ ਤੂੰ ਗੱਲ ਕਿਵੇਂ ਕਰ ਰਹੇ, ਕਹਿੰਦਾ ਫਰੋਡ ਕਰ ਰਿਹਾ ਤੁਸੀਂ, ਉੱਪਰ ਤੁਸੀਂ ਬੰਦੇ ਨੂੰ ਧਮਕਾ ਰਹੇ ਹੋ, ਉਹ ਵੀ ਉਹ 'ਚ ਬੈਠ ਕੇ ਪੁਲਿਸ ਸਟੇਸ਼ਨ 'ਚ ਬੈਠ ਕੇ। ਤਾਂ ਜੀ ਉਹਨੂੰ ਬੋਲਣ ਦੀ ਬਜਾਏ ਮੈਨੂੰ ਕਹਿ ਰਿਹਾ ਪੁਲਿਸ ਵਾਲਾ, ਕਹਿੰਦਾ ਤੁਸੀਂ ਐਂ ਕਰੋ, ਆ ਬੈਕ ਜਿਹੜਾ ਗੇਟ ਹੈ ਨਾ, ਪਿਛਲੇ ਗੇਟ ਵਿੱਚ ਦੀ ਚਲੇ ਜਾਓ ਬਾਹਰ। ਮੈਂ ਕਿਹਾ ਯਾਰ ਪਿਛਲੇ ਗੇਟ ਵਿੱਚ ਦੀ? ਮੇਰੇ ਦੋਸਤ ਨੇ ਬਕਾਇਆ, ਫਿਰ ਬਲਕਿ ਮੇਰੇ ਦੋਸਤ ਨੇ ਉਹਨਾਂ ਨੂੰ ਕਿਹਾ, ਕਹਿੰਦਾ ਜਨਾਬ ਕੈਸੀ ਗੱਲ ਕਰ ਰਹੇ ਹੋ, ਕਹਿੰਦਾ ਜਿਸ ਬੰਦੇ ਨਾਲ ਗਲਤ ਹੋਇਆ ਉਹਨੂੰ ਤੁਸੀਂ ਇਹਦਾ ਮਤਲਬ ਉਹੀ ਸਾਫ਼ ਹੀ ਕਹਿ ਦਿਓ ਵੀ ਯਾਰ ਐਪਲੀਕੇਸ਼ਨ ਵਾਪਸ ਲੈ ਲਓ। ਫਿਰ ਮੈਂ ਜਦ ਉੱਥੇ ਉਹਨਾਂ ਦੇ ਹਾਲਾਤ ਦੇਖੇ, ਉਹਨਾਂ ਨੇ ਮੈਨੂੰ ਸਾਫ਼ ਹੀ ਧਮਕੀਆਂ ਦੇਣੀਆਂ, ਯਾਨੀ ਅਸੀਂ ਇੱਕ ਤਰ੍ਹਾਂ ਦਾ ਹੱਥਾਪਾਈ ਹੋਣ ਵਾਲੇ ਹੋ ਗਏ ਸੀ। ਬਲਕਿ ਮੈਂ ਉੱਥੇ ਰੋਣ ਲੱਗਾ। ਮੈਂ ਕਿਹਾ ਯਾਰ ਦੇਖ, ਲੜਨ ਦੀ ਜ਼ਰੂਰਤ ਨਹੀਂ ਹੈ, ਠੀਕ ਹੈ, ਜੋ ਕਾਨੂੰਨੀ ਕਾਰਵਾਈ ਹੈ ਤੁਸੀਂ ਲੜ ਲਓ, ਮੈਂ ਵੀ ਲੜੂੰਗਾ, ਕੋਈ ਗੱਲ ਨਹੀਂ। ਅਗਰ ਮੈਂ ਗਲਤ ਹੈ ਤਾਂ ਮੇਰੇ 'ਤੇ ਹੋਊਗਾ, ਅਗਰ ਤੁਸੀਂ ਗਲਤ ਹੋ ਤੁਸੀਂ ਆਪਣੀ ਸਜ਼ਾ ਕੱਟੀ, ਉਹ ਗੱਲ ਖਤਮ। ਹੁਣ ਗੱਲ ਪੈਸੇ ਦੀ ਨਹੀਂ ਰਹੀ ਉਸ ਟਾਈਮ, ਯਾਨੀ ਇੰਨਾ ਕੁ ਜ਼ਿਆਦਾ ਗਲਤ ਬੋਲ ਗਏ ਉਹ ਕਿ ਉਹ ਗੱਲ ਦਿਲ ਨੂੰ ਲੱਗ ਗਈ। ਉਹ ਉਹਨਾਂ 'ਚ ਇੱਕ ਦੋ ਬੰਦੇ ਹੋਰ, ਉਹ ਆਪ ਵੀ ਖੁਦ ਵੀ ਯਾਨੀ ਕੁੱਟਣ ਤੱਕ ਆ ਗਏ, ਗਲਾਵਾਂ ਫੜ ਲਿਆ ਮੇਰਾ। ਮੈਂ ਉਸ ਤੋਂ ਬਾਅਦ ਫੌਰਨ ਜਿਹਦੀ SSP ਸਾਹਿਬ ਦੇ ਪੇਸ਼ ਹੋ ਗਿਆ ਦੁਬਾਰਾ। ਮੈਂ ਕਿਹਾ ਸਰ ਐਂ ਕਰਕੇ ਐਂ ਗੱਲ ਹੈ, ਮੈਂ ਉਹਨਾਂ ਨੂੰ SSP ਸਾਹਿਬ ਨੂੰ ਸਾਰੀ ਗੱਲ ਦੱਸੀ। ਫਿਰ ਬਕਾਇਦਾ ਦੇਖੋ ਪਿੱਠ ਹੈ ਉਹਨਾਂ ਦੀ, ਮੈਂ ਵੈਸੇ ਹੀ ਕਵਾਂ ਵੀ ਹਰ ਅਫਸਰ ਮਾੜਾ ਹੁੰਦਾ। SSP ਸਾਹਿਬ ਨੇ ਬਕਾਇਦਾ ਉਹਨਾਂ ਨੂੰ ਬੁਲਾਇਆ ਵਾਪਿਸ, ਔਰ ਬੁਲਾ ਕੇ ਉਹਨਾਂ ਦੀ ਬਹੁਤ ਝਾੜ ਪੱਤ ਕੀਤੀ, ਬਹੁਤ ਜ਼ਿਆਦਾ। ਕਹਿੰਦੇ ਉਰੇ ਆਫਿਸ ਦੇ ਅੰਦਰ ਗੁੰਡਾਗਰਦੀ ਨਹੀਂ ਚੱਲਣੀ ਬਿਲਕੁਲ ਵੀ। ਉਹਨਾਂ ਨੇ ਕਿਹਾ ਕਿ ਬੇਟਾ ਮੈਂ ਬੜੇ ਰੈਂਕ ਦੇ ਆਫਿਸਰ ਨੂੰ ਤੁਹਾਡੀ ਜਿਹੜੀ ਫਾਈਲ ਹੈ ਟ੍ਰਾਂਸਫਰ ਕਰ ਰਹੇ ਹਾਂ, ਕੇਸ ਦੀ ਇਨਵੈਸਟੀਗੇਸ਼ਨ ਉਹ ਕਰਾਂਗੇ। ਉਹਨਾਂ ਨੇ ਆਪਣੇ ਉਰੇ ਜਿਹੜੇ ਮਲੇਰਕੋਟਲਾ SP ਹੈ ਉਹਨਾਂ ਨੂੰ ਟ੍ਰਾਂਸਫਰ ਕਰੀ। ਉਰੋਂ
ਅਸੀਂ ਕਈ ਗੇੜੇ ਲਗਾਏ। ਫਿਰ ਉਹ ਤੋਂ ਬਾਅਦ ਵੀ ਤੁਹਾਨੂੰ ਪਤਾ ਹੀ ਹੈ ਬਹੁਤ ਟਾਈਮ ਲੰਬਾ ਟਾਈਮ ਚੱਲਿਆ, ਯਾਨੀ ਇਹ ਮੇਰੀ ਮੈਂ ਜੁਲਾਈ ਦੇ ਅੰਦਰ ਵਾਪਿਸ ਆਇਆ ਅਤੇ ਤਕਰੀਬਨ ਸਾਲ ਹੀ ਹੋ ਗਿਆ ਇਹ ਪ੍ਰੋਸੈਸ ਚੱਲਦੇ ਨੂੰ। ਹੁਣ ਆ ਕੇ FIR ਹੋਈ ਹੈ ਇਹ ਹਾਂਜੀ 13 ਤਰੀਕ ਨੂੰ FIR ਹੋਈ ਹੈ 420 ਦਾ ਹੋਇਆ ਇਹਦੇ 'ਤੇ। ਅਤੇ ਹੁਣ ਵੀ ਉਹ ਕਈ ਹੋਰ ਬੰਦੇ ਵੀ ਐਸੇ ਹੈਗੇ ਨੇ ਜਿਹੜੇ ਵਿਚਾਰੇ ਪਿੰਡਾਂ ਤੋਂ ਜਾਂ ਹੋਰ, ਮੈਨੂੰ ਹੁਣ ਪਤਾ ਲੱਗਿਆ ਹੈ ਕਿ ਉਹਨੂੰ ਲੱਭਦੇ ਫਿਰਦੇ ਆ। ਆਫਿਸ ਉਹ ਬੰਦ ਕਰ ਚੁੱਕਿਆ ਅਤੇ ਉਹ ਬਸ ਇਹੀ ਕਿ ਉਹ ਬਾਹਰ ਕੇਸ ਕਰਦਾ ਫਿਰ ਰਿਹਾ ਹੁਣ ਅਤੇ ਫਰਾਰ ਹੈ। ਅਤੇ ਪੁਲਿਸ ਵੀ ਹਲੇ ਮੈਨੂੰ ਲੱਗਦਾ ਸ਼ਾਇਦ ਕੋਈ ਗੇੜਾ ਲਗਾ ਕੇ ਆਈ ਹੈ, ਨਹੀਂ ਪਤਾ ਨਹੀਂ ਉਹਦੇ ਘਰ ਦੇ ਉੱਪਰ। ਸੋ ਤੇ ਫਿਰ ਉਹਨਾਂ ਮੁੰਡਿਆਂ ਨੂੰ, ਉਹਨਾਂ ਨੌਜਵਾਨਾਂ ਨੂੰ ਕੀ ਕਹੋਗੇ ਜਿਹੜੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚੋਂ ਹਾਰ ਜਾਂਦੇ ਨੇ? ਤੁਸੀਂ ਜਿੱਤਣ ਦੀ ਕਗਾਰ 'ਤੇ ਹੋ, ਪਹਿਲੇ ਜਿੱਤਿਆ, ਤੁਸੀਂ ਪਰਚਾ ਕਰਵਾਇਆ ਸੰਘਰਸ਼ ਕਰਨ ਤੋਂ ਬਾਅਦ, ਉਹਨਾਂ ਮੁੰਡਿਆਂ ਨੂੰ ਕੀ ਕਹੋਗੇ ਜਿਹੜੇ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਹਾਰ ਮੰਨ ਲੈਂਦੇ ਨੇ? ਦੇਖੋ ਸਰ, ਮੈਂ ਇਹੀ ਕਹੂੰਗਾ ਵੀ ਜ਼ਿੰਦਗੀ ਦੇ ਉਤਾਰ ਚੜਾਓ ਤਾਂ ਬੰਦੇ ਦੇ ਨਾਲ ਹੀ ਹੈ ਨਾ। ਜਦ ਤੱਕ ਤੁਹਾਡੀ ਲਾਈਫ ਹੈ, ਤੁਹਾਡੇ ਅੰਦਰ ਸਾਹ ਨੇ, ਜਦ ਤੱਕ ਹੀ ਸਭ ਕੁਛ ਹੈ। ਜਦ ਤੁਹਾਡੇ ਅੰਦਰ ਸਾਹ ਹੀ ਨਹੀਂ ਰਹੇ ਫਿਰ ਤਾਂ ਕੁਛ ਵੀ ਨਹੀਂ ਰਹਿਣਾ ਨਾਲ ਤੁਹਾਡੇ, ਹੈ ਨਾ। ਅਤੇ ਵੀ ਲੜਨਾ ਤਾਂ ਜ਼ਰੂਰੀ ਹੈ, ਅਗਰ ਤੁਸੀਂ ਲੜੋਗੇ ਤਾਂ ਹੀ ਕੁਛ ਬਣੂਗਾ। ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ? ਤੁਹਾਡੀ ਕੀ ਅਗਲੀ ਮੰਗ ਹੈ? ਪਰਚਾ ਹੋ ਗਿਆ। ਦੇਖੋ ਸਰ, ਬਸ ਮੇਰੀ ਇਹੀ ਮੰਗ ਹੈ ਕਿ ਜੋ ਮੇਰਾ ਨੁਕਸਾਨ ਹੋਇਆ ਉਹ ਮੇਰਾ ਮਿਲ ਜਾਵੇ ਅਤੇ ਉਸ ਬੰਦੇ ਨੂੰ ਉਹਦੇ ਕੀਤੇ ਦੀ ਸਜ਼ਾ ਦਿੱਤੀ ਜਾਵੇ, ਤਾਂ ਕਿ ਉਹ ਆਉਣ ਵਾਲੇ ਟਾਈਮ 'ਚ ਕਿਸੇ ਹੋਰ ਬੰਦੇ ਨਾਲ ਫਰੋਡ ਨਾ ਕਰੇ। ਉਸ ਦੀ ਵੈਸੇ ਤੁਹਾਡੇ ਇੱਕ ਨੌਲੇਜ 'ਚ ਲਿਆਵਾਂ, ਉਹਦੀ ਪਹਿਲਾਂ ਵੀ ਇੱਕ ਵੀਡੀਓ ਕਾਫੀ ਚੱਲੀ ਸੀ। ਉਹਨੇ ਪਿੰਡਾਂ ਦੇ ਮੁੰਡੇ ਸਊਦੀਆ ਭੇਜੇ ਸੀ ਅਤੇ ਉਹ ਵਿਚਾਰੇ ਉੱਥੇ ਟੈਂਟ ਟੁੰਟ ਲਾ ਕੇ ਸੜਕ 'ਤੇ ਹੀ ਰਹੇ ਥੇ ਕਾਫੀ ਟਾਈਮ, ਅਤੇ ਫਿਰ ਉਹ ਵੀ ਕੇਸ ਹੋਇਆ ਸੀ। ਮਗਰ ਉਹ ਕੇਸ ਇਹਨੇ ਦਬਾਇਆ ਕਿਸ ਤਰ੍ਹਾਂ ਕਿ ਇਹਨੇ ਉੱਥੇ ਆਪਣੇ ਬੰਦੇ ਪਹੁੰਚਾ ਕੇ ਉਹ ਬੰਦੇ ਮੁੰਡੇ ਕਟਵਾਏ ਵੀ ਨੇ ਬਕਾਇਦਾ, ਯਾਨੀ ਉੱਥੇ ਇਹਦੇ ਕੋਈ ਬੰਦੇ ਰਹਿ ਰਹੇ ਹੋਣੇ ਉੱਥੇ ਕੁਵੈਤ ਦੇ ਅੰਦਰ ਜਾਂ ਸਾਊਦੀਆ 'ਚ, ਉੱਥੇ ਇਹਨੇ ਕਟਵਾਏ ਵੀ ਨੇ ਉਹ ਮੁੰਡੇ। ਇਹ ਪਹਿਲਾਂ ਵੀ 1-2 ਕੇਸ ਹੋਏ ਆ ਤੇ, ਮਗਰ ਹੁਣ ਫਰਾਰ ਹੈ ਹਲੇ, ਪਤਾ ਨਹੀਂ ਕਿੱਥੇ ਹੈ। ਕੋਈ ਕਹਿੰਦਾ ਦੁਬਈ ਹੈ, ਕੋਈ ਕਹਿੰਦਾ ਲੋਕਲ ਹੈ, ਡੋਂਟ ਨੋ ਕਿੱਥੇ ਹੈ। ਉਹ ਪੁਲਿਸ ਆਪਣੀ ਜਾਂਚ ਕਰੋ। ਤੁਸੀਂ ਗ੍ਰਿਫਤਾਰੀ ਦੀ ਗੱਲ ਕਰੀਏ, ਪੁਲਿਸ ਵਾਲਿਆਂ ਨੂੰ ਕਿ ਗ੍ਰਿਫਤਾਰ ਕਰੋ ਇਹਨਾਂ ਨੂੰ? ਬਿਲਕੁਲ ਕਿਹਾ ਜੀ ਮੈਂ, ਜਿਨ੍ਹਾਂ ਕੋਲ ਮੇਰੀ FIR ਹੈਗੀ ਹੈ, ਜਿਹੜੇ IO ਹੈ ਆਫਿਸਰ, ਉਹ ਮੇਰੇ ਕੋਲ ਮੈਸੇਜ ਹੈਗਾ, ਉਹਨਾਂ ਦਾ ਨਾਮ ਮੇਰੇ ਯਾਦ ਨਹੀਂ ਇਸ ਟਾਈਮ, ਅਤੇ ਉਹਨਾਂ ਕੋਲ ਉਹ ਗਏ ਆ ਸ਼ਾਇਦ ਇੱਕ ਵਾਰ। ਅਤੇ ਬਾਕੀ ਇਹ ਹੈ ਕਿ ਹਲੇ ਜਿਵੇਂ ਆਪਾਂ ਕਹਿ ਦਈਏ ਕਿ ਇੱਕ ਜਰਾ ਖਿੱਚ ਕੇ ਕੰਮ, ਉਹ ਚੀਜ਼ ਹਲੇ ਹੋ ਨਹੀਂ ਰਹੀ, ਯਾਨੀ ਉਹਨਾਂ ਦੇ ਗੇੜਾ ਮਾਰਿਆ ਜਾਵੇ ਜਾਂ ਉਹਨੂੰ ਲੱਭਿਆ ਜਾਵੇ, ਉਹ ਚੀਜ਼ ਦੀ ਤਫਤੀਸ਼ ਜਾਂ ਉਹਦੀ ਭਾਲ ਨਹੀਂ ਹੋ ਰਹੀ ਹਲੇ। ਸੋ ਬਹੁਤ ਬਹੁਤ ਸ਼ੁਕਰੀਆ ਸ਼ਮਸ਼ਾਦ, ਆਪਣੀ ਜਿਹੜੀ ਕਹਾਣੀ ਹੈ, ਸਟੋਰੀ ਹੈ, ਤੁਹਾਡੀ ਸਾਂਝੀ ਕਰਨ ਦੇ ਲਈ। ਸੋ ਇਹ ਸਨ ਮੁਹੰਮਦ ਸ਼ਮਸ਼ਾਦ, ਜਿਨ੍ਹਾਂ ਨੇ ਆਪਣੀ ਸਟੋਰੀ, ਉਹ ਸਟੋਰੀ ਸਾਂਝੀ ਕੀਤੀ ਹੈ, ਜਿਸ ਦੇ ਵਿੱਚ ਉਹਨਾਂ ਦਾ ਮੰਨਣਾ ਹੈ ਕਿ ਜੇਕਰ ਤੁਹਾਡੇ ਨਾਲ ਇਸ ਤਰੀਕੇ ਨਾਲ ਧੋਖਾ ਹੋ ਵੀ ਜਾਂਦਾ ਤਾਂ ਤੁਸੀਂ ਕਿਵੇਂ ਲੜਨਾ ਹੈ, ਆਪਣੇ ਆਪ ਨਾਲ ਕਿਵੇਂ ਲੜਨਾ ਹੈ, ਸਿਸਟਮ ਨਾਲ ਕਿਵੇਂ ਲੜਨਾ ਹੈ, ਅਤੇ ਇਨਸਾਫ ਦੀ ਲੜਾਈ ਕਿਵੇਂ ਜਾਰੀ ਰੱਖਣੀ ਹੈ। ਉਮੀਦ ਕਰਦੇ ਹਾਂ ਇਹ ਗੱਲਬਾਤ ਤੁਹਾਨੂੰ ਪਸੰਦ ਆਈ ਹੋਵੇਗੀ, ਔਰ ਇਸ ਸ਼ਮਸ਼ਾਦ ਦੀ ਕਹਾਣੀ ਤੋਂ, ਉਸ ਸ਼ਮਸ਼ਾਦ ਦੀ ਕਹਾਣੀ ਹੈ ਜਿਸ ਦਾ ਹੱਸਦਾ ਵਸਦਾ ਪਰਿਵਾਰ ਸੀ, ਹੱਸਦਾ ਵਸਦਾ ਕਾਰੋਬਾਰ ਸੀ, ਪਰ ਫਰਜ਼ੀ ਟਰੈਵਲ ਏਜੰਟਾਂ ਦੀ ਭੇਟ, ਫਰਜ਼ੀ ਵੀਜ਼ੇ ਦੀ ਭੇਟ ਉਹਦਾ ਆਰਥਿਕ, ਉਹਦਾ ਪਰਿਵਾਰਿਕ, ਉਹਦਾ ਸਮਾਜਿਕ ਜੀਵਨ ਜਿਹੜਾ ਉਹ ਚੜ੍ਹ ਗਿਆ। ਅਸੀਂ ਵੀ ਹਕੀਕਤ TV ਪੰਜਾਬੀ ਜ਼ਰੀਏ ਇਹੋ ਅਪੀਲ ਕਰਦੇ ਹਾਂ ਕਿ ਅਜਿਹੇ ਏਜੰਟਾਂ ਤੋਂ ਅਸੀਂ ਆਪਣਾ ਆਪ, ਆਪਣਾ ਪੰਜਾਬ ਬਚਾ ਕੇ ਰੱਖੀਏ। ਕਾਸਿਫ ਫਾਰੂਕੀ, ਹਕੀਕਤ TV ਪੰਜਾਬੀ, ਮਲੇਰਕੋਟਲਾ।